ਧੰਨ ਵਾਹਿਗੁਰੂ ਜੀਓ। ਮਹਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ, ਸੰਗ ਸੁਵਨੜੀ ਦੇ। ਵਿਰਲੇ ਕੇਈ ਪਾਈਅਨ, ਜਿਨਾ ਪਿਆਰੇ ਨੇ। ਫਰੀਦਾ ਉਮਰ ਸੁਹਾਵੜੀ, ਸੰਗ ਸੁਵਨੜੀ ਦੇ। ਵਿਰਲੇ ਕੇਈ ਪਾਈਅਨ, ਜਿਨਾ ਪਿਆਰੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਸਰੂਪ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਸਤਿਕਾਰ ਇਕਾਗਰਤਾ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਨਿਯਤ ਸਮੇਂ ਦੀ ਹੱਦਬੰਦੀ ਵਿੱਚ ਰਹਿੰਦਿਆਂ ਹੋਇਆਂ ਆਪਾਂ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਦਾ ਯਤਨ ਕਰਨਾ ਹੈ। ਸ਼ੇਖ ਫਰੀਦ ਸਾਹਿਬ ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਤੋਂ ਬਾਅਦ ਆਪਾਂ ਤਿੰਨਾਂ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ। ਰੋਜ਼ਾਨਾ ਦੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਜੋ ਉਪਦੇਸ਼ ਹੈ ਉਸ ਨੂੰ ਸਮਝਣ ਦਾ, ਵਿਚਾਰਨ ਦਾ ਨਿਤਾ ਪ੍ਰਤੀ ਯਤਨ ਕੀਤਾ ਜਾਂਦਾ ਹੈ। ਔਰ ਜਿਸ ਪਾਵਨ ਸ਼ਲੋਕ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਇਹ ਸ਼ਲੋਕ ਆਪਣੇ ਤੋਂ ਪਹਿਲੇ ਸ਼ਲੋਕਾਂ ਦੇ ਨਾਲ ਉਸ ਦੇ ਭਾਵ ਦੀ ਵਿਆਖਿਆ ਨੂੰ ਅੱਗੇ ਪ੍ਰਗਟ ਕਰਦਾ ਹੈ। ਮੈਂ ਅੱਗੇ ਵੀ ਇੱਕ ਵਾਰ ਬਿਨੈ ਕੀਤੀ ਸੀ ਕਿ ਕਿਸੇ ਸ਼ਬਦ ਵਿੱਚੋਂ ਇਕੱਲੀ ਕਹਿਰੀ ਪੰਕਤੀ ਜਾਂ ਪ੍ਰਕਰਣ ਨਾਲੋਂ ਤੋੜ ਕੇ ਵੀ ਕਿਸੇ ਵੇਲੇ ਆਪਾਂ ਕਿਸੇ ਸ਼ਬਦ ਨੂੰ ਆਪਣੇ ਅਰਥਾਂ ਵਿੱਚ ਵਰਤ ਲੈਂਦੇ ਹਾਂ, ਪਰ ਜਿੰਨਾ ਚਿਰ ਕਿਸੇ ਪੂਰੇ ਪ੍ਰਕਰਣ ਨੂੰ ਸਮਝਿਆ ਨਾ ਜਾਏ, ਸਾਨੂੰ ਉਸ ਦਾ ਸੰਦਰਭ ਕੰਟੈਕਸਟ ਸਮਝ ਦੇ ਵਿੱਚ ਨਹੀਂ ਆਉਂਦਾ। ਸ਼ਲੋਕਾਂ ਨੂੰ ਵਿਚਾਰਦਿਆਂ ਹੋਇਆਂ ਇਹ ਸਮਝ ਪੈਂਦੀ ਹੈ ਕਿ ਇੱਕ ਸ਼ਲੋਕ ਪਿਛਲੇ ਸ਼ਲੋਕ ਦੇ ਭਾਵ ਨੂੰ ਅੱਗੇ ਤੋਰਦਾ ਹੈ, ਅਗਲੇ ਸ਼ਲੋਕ ਜਿਹੜੇ ਹਨ ਉਹ ਪਿਛਲੇ ਸ਼ਲੋਕਾਂ ਦੀ ਲੜੀ ਨੂੰ ਹੀ ਅੱਗੇ ਵਧਾ ਰਹੇ ਹੁੰਦੇ ਹਨ। ਜਿੱਥੇ ਕਿਤੇ ਖਿਆਲਾਂ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਖਿਆਲਾਂ ਨੂੰ ਵਿਆਖਿਆ ਦੇਣ ਦੀ ਜ਼ਰੂਰਤ ਪਈ ਹੈ, ਵੈਸੇ ਤਾਂ ਉਹਨਾਂ ਖੁਦ ਆਪਣੇ ਖਿਆਲਾਂ ਦੀ ਵਿਆਖਿਆ ਆਪਣੇ ਸ਼ਬਦਾਂ ਬਾਣੀ ਵਿੱਚ ਸ਼ਲੋਕਾਂ 'ਚ ਕੀਤੀ ਹੈ, ਪਰ ਜਿੱਥੇ ਕਿਤੇ ਗੁਰੂ ਪਾਤਸ਼ਾਹ ਜੀ ਨੂੰ ਮਹਿਸੂਸ ਹੋਇਆ ਕਿ ਇਸ ਭਾਵ ਨੂੰ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰਨਾ ਚਾਹੀਦਾ ਹੈ ਤਾਂ ਕਿ ਪੜ੍ਹਨ ਵਾਲਾ ਉਸ ਨੂੰ ਸੁਖੈਨ ਢੰਗ ਨਾਲ ਸਮਝ ਸਕੇ, ਉਹ ਤੇ ਤੀਸਰੇ ਪਾਤਸ਼ਾਹ ਦੇ ਸ਼ਲੋਕ, ਪੰਜਵੇਂ ਪਾਤਸ਼ਾਹ ਦੇ ਸ਼ਲੋਕ, ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਆਪਾਂ ਵਿਚਾਰੇ ਹਨ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਸ਼ਲੋਕ ਸੀ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹ, ਅੱਗੇ ਮੂਲ ਨਾ ਆਵਸੀ ਦੋਜ਼ਖ ਸੰਦੀ ਭਾ। ਇਸੇ ਨੂੰ ਫਿਰ ਉਹਨਾਂ ਨੇ ਅੱਗੇ ਜਾ ਕੇ ਆਖਿਆ, ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕੱਲ੍ਹ ਦੇ ਦੀਵਾਨ ਵਿੱਚ ਖਿਆਲ ਸਾਂਝਾ ਕੀਤਾ ਸੀ ਵੀ ਇੱਥੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਦੁੱਖ ਤੋਂ ਕੀ ਭਾਵ ਹੈ, ਅਤੇ ਸੰਖੇਪ ਮਾਤਰ ਮੈਂ ਜ਼ਿਕਰ ਕਰਦਿਆਂ
ਵੀ ਦੁੱਖ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਪ੍ਰਕਰਣ ਮੁਤਾਬਕ ਵੱਖਰੀ ਪਰਿਭਾਸ਼ਾ ਹੈ। ਔਰ ਸੰਖੇਪ ਵਿੱਚ ਇੰਨਾ ਕਹਿੰਦਾ ਹਾਂ, ਸਰੀਰ ਨੂੰ ਤਕਲੀਫ ਹੋਵੇ ਆਪਾਂ ਤਾਂ ਵੀ ਦੁੱਖ ਪੀੜਾ ਦਾ ਅਨੁਭਵ ਕਰਦੇ ਹਾਂ, ਮਹਿਸੂਸ ਕਰਦੇ ਹਾਂ। ਜਿਸ ਚੀਜ਼ ਨਾਲ ਸਾਡਾ ਕੋਈ ਰਿਲੇਸ਼ਨ ਹੋਵੇ ਉਹਦੇ ਵਿੱਚ ਕੋਈ ਗੜਬੜ, ਕੋਈ ਪ੍ਰੋਬਲਮ ਆ ਜਾਏ, ਉਹਦਾ ਵਿਛੋੜਾ ਹੋ ਜਾਏ ਤੇ ਉਹਦੀ ਵੀ ਸਾਨੂੰ ਤਕਲੀਫ ਮਾਨਸਿਕ ਤੌਰ ਦੇ ਉੱਤੇ, ਹਾਲਾਂਕਿ ਸਾਡੇ ਸਰੀਰ ਨੂੰ ਕਸ਼ਟ ਨਹੀਂ ਹੋਇਆ ਹੁੰਦਾ ਪਰ ਮਨ ਨੂੰ ਕਸ਼ਟ ਪਹੁੰਚਦਾ। ਮਨ ਕਈ ਪ੍ਰਕਾਰ ਦੇ ਦੁੱਖਾਂ ਨੂੰ ਮਹਿਸੂਸ ਕਰਦਾ, ਸਰੀਰ ਦੇ ਦੁੱਖਾਂ ਨੂੰ ਕਰਦਾ, ਵਿਛੋੜੇ ਨੂੰ ਕਰਦਾ, ਭੁੱਖ ਨੂੰ ਕਰਦਾ, ਅਪਮਾਨ ਨੂੰ ਕਰਦਾ, ਕਈ ਚੀਜ਼ਾਂ ਨੇ। ਕਈ ਵਾਰ ਦੂਸਰੇ ਦੀ ਖੁਸ਼ੀ ਵਿੱਚ ਵੀ ਇਸ ਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਦੂਸਰਾ ਖੁਸ਼ ਹੈ, ਪ੍ਰੋਬਲਮ ਹੋ ਗਈ। ਹੁਣ ਸਾਡਾ ਤਾਂ ਕੁਝ ਨਹੀਂ ਨਾ ਗਿਆ। ਜਾਨੀ ਕਿ ਇਹ ਮੈਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਆਪਾਂ ਜਿਸ ਵੇਲੇ ਪੜ੍ਹਦੇ ਹਾਂ ਤਾਂ ਪ੍ਰਕਰਨ ਨੇ, ਦੁੱਖਾਂ ਦੇ ਗੁਰੂ ਸਾਹਿਬ ਨੇ ਪੜਾਅ ਦੱਸੇ ਨੇ ਔਰ ਕਾਰਨ ਦੱਸੇ ਨੇ ਵੀ ਇਹਨਾਂ ਚੀਜ਼ਾਂ ਕਰਕੇ ਵੀ ਦੁੱਖ ਪੈਦਾ ਹੋ ਜਾਂਦਾ। ਇੱਕ ਥਾਂ ਤੇ ਫਰਮਾਇਆ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਤੋ ਸਤਿਗੁਰੂ ਨੇ ਵੇਖੋ ਕਿੰਨੀ ਗਹਿਨ ਵਿਆਖਿਆ ਕੀਤੀ ਹੈ, ਡੂੰਘੀ ਵਿਆਖਿਆ ਕੀਤੀ ਹੈ ਵੀ ਦੁੱਖ ਕਈ ਪ੍ਰਕਾਰ ਦੇ ਨੇ। ਫਿਰ ਇੱਕ ਮਨੋਵਸਥਾ ਵੀ ਦੱਸੀ ਮਹਾਰਾਜ ਦੀ ਬਾਣੀ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ। ਇੱਕ ਵਿਦਵਾਨ ਦਾ, ਵਿਚਾਰਵਾਨ ਦਾ ਕਥਨ ਹੈ, ਉਹ ਕਹਿੰਦਾ ਹੈ ਗੁਰਮੁਖ ਨੂੰ ਦੁੱਖ ਦਿੱਤੇ ਜਾ ਸਕਦੇ ਨੇ। ਸੰਸਾਰ ਅੰਦਰ ਆਪਾਂ ਮਹਾਨ ਵਿਅਕਤੀਆਂ ਦਾ ਜਦੋਂ ਜੀਵਨ ਪੜ੍ਹਦੇ ਹਾਂ ਨਾ, ਦੁਨੀਆ ਨੇ ਉਹਨਾਂ ਨਾਲ ਘੱਟ ਨਹੀਂ ਕੀਤੀ, ਭਾਵੇਂ ਸਦੀਆਂ ਬਾਅਦ ਉਹਨਾਂ ਨੂੰ ਪੂਜਦੀ ਰਹੀ ਹੈ ਦੁਨੀਆ, ਸਦੀਆਂ ਬਾਅਦ ਉਹਨਾਂ ਨੂੰ ਸਤਿਕਾਰ ਵੀ ਦਿੰਦਾ ਰਿਹਾ ਸੰਸਾਰ, ਉਹਨਾਂ ਦੇ ਨਾਮ ਤੇ ਅਸਥਾਨ ਬਣਾਏ, ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ, ਬੜਾ ਕੁਝ ਹੈ। ਪਰ ਜਦੋਂ ਮੌਕਾ ਇਹ ਮੇਲ ਸੀ ਨਾ, ਵਕਤ ਸੀ ਜਿਸ ਵੇਲੇ, ਉਸ ਵੇਲੇ ਬਹੁਤ ਘੱਟ ਲੋਕ ਕੁਸਕੇ ਸਨ, ਉਹਨਾਂ ਦੇ ਹੱਕ ਵਿੱਚ ਘੱਟ ਲੋਕ ਬੋਲੇ ਸਨ। ਸਮਾਂ ਹੁੰਦਾ ਹੈ ਨਾ, ਗਰਦ ਨਹੀਂ ਲੈਂਦੀ ਕਿਸੇ ਘਟਨਾ ਤੋਂ, ਜਦੋਂ ਗਰਦ ਲੈ ਜਾਂਦੀ ਹੈ, ਸ਼ੀਸ਼ਾ ਸਾਫ਼ ਹੋ ਜਾਂਦਾ ਹੈ, ਫਿਰ ਲੋਕਾਂ ਨੂੰ ਪਤਾ ਚੱਲਦਾ ਹੈ ਵੀ ਗਲਤ ਹੋਇਆ। ਜ਼ਰਾ ਸੋਚੋ, ਜਿਸ ਵੇਲੇ ਕਿਸੇ ਨੂੰ ਸੂਲੀ ਚਾੜਿਆ ਜਾ ਰਿਹਾ ਸੀ, ਉਦੋਂ ਕਿਤੇ ਦੁਨੀਆ ਸੁੱਤੀ ਥੋੜ੍ਹਾ ਪਈ ਸੀ, ਜਾਗਦੀ ਸੀ, ਪਤਾ ਸੀ ਕੀ ਹੋ ਰਿਹਾ। ਅਗਲਿਆਂ ਢੋਲ ਵਜਾ ਕੇ ਸੂਲੀ ਚਾੜਿਆ, ਚੁੱਪ ਚਪੀਤੇ ਨਹੀਂ ਚਾੜਿਆ। ਕਿੰਨੇ % ਲੋਕ ਸਨ ਸਮਾਜ ਦੇ ਜਿਹੜੇ ਉਹਨਾਂ ਦੇ ਹੱਕ ਵਿੱਚ ਖਲੋਤੇ ਤੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਤੇ ਆਖਿਆ ਗਲਤ ਹੋ ਰਿਹਾ। ਜੇ ਸੰਸਾਰ ਇਹਨਾਂ ਸੱਚਾ ਸੁੱਚਾ ਤੇ ਆਦਰਸ਼ਾਂ ਵਾਲਾ ਹੁੰਦਾ ਨਾ, ਤੇ ਇੰਨੀ ਦੁਨੀਆ ਦੇ ਸਾਹਮਣੇ 4 ਬੰਦਿਆਂ ਦੀ ਚੱਲਦੀ ਨਾ ਵੀ ਉਹ ਉਹਨਾਂ ਨੂੰ ਸੂਲੀ ਚਾੜ ਦਿੰਦੇ, ਤੱਤੀ ਤਵੀ ਤੇ ਬਿਠਾ ਲੈਂਦੇ, ਉਬਲਦੀਆਂ ਦੇਗਾਂ 'ਚ ਉਬਾਲ ਦਿੰਦੇ। ਘੱਟ ਲੋਕ ਸਨ। ਇਹ ਸਮਝਣ ਵਾਲੀ ਗੱਲ ਹੈ। ਅੱਜ ਕੋਈ ਹੈਪਨ ਹੋ ਜਾਏ, ਦੁਨੀਆ ਉੱਠ ਕੇ ਖਲੋ ਜਾਏ ਤੇ ਸਰਕਾਰਾਂ ਹਿੱਲ ਜਾਂਦੀਆਂ ਨੇ ਵੀ ਜੇ ਲੋਕ ਹੀ ਸਾਡੇ ਖਿਲਾਫ ਹੋ ਗਏ ਤੇ ਸਰਕਾਰ ਕਾਹਦੀ ਹੈ। ਚੰਦ ਮੁੱਠੀ ਭਰ ਲੋਕਾਂ ਦਾ ਮੁਕਾਬਲਾ ਕਰਨ ਵਾਸਤੇ ਏਡੀ ਵੱਡੀ ਭੀੜ ਕਦੇ ਉਮੜੀ ਨਹੀਂ, ਬੜੇ ਘੱਟ ਲੋਕ। ਅਸਲ ਵਿੱਚ ਬਹੁਤੇ ਲੋਕਾਂ ਨੂੰ ਤਾਂ ਘਟਨਾ ਦਾ ਹੀ ਪਤਾ ਨਹੀਂ ਹੁੰਦਾ ਵੀ ਹੋ ਕਿਉਂ ਰਿਹਾ, ਕੀ ਕਾਰਨ ਹੈ, ਉਹਦੀ ਤੈਅ ਨਹੀਂ ਲੋਕਾਂ ਨੇ ਫਰੋਲੀ ਹੁੰਦੀ। ਘਟਨਾ ਤੋਂ ਗਰਦ ਜਿਸ ਵੇਲੇ ਲਹਿ ਜਾਂਦੀ ਹੈ, ਸਦੀਆਂ ਲੱਗਦੀਆਂ ਨੇ। ਜਦੋਂ ਸੱਚ ਸਾਹਮਣੇ ਆਉਂਦਾ ਤੇ ਲੋਕ ਕਹਿੰਦੇ ਨੇ ਉਹ ਮਹਾਨ ਬੰਦੇ ਸਨ, ਸੱਚਮੁੱਚ ਹੀ ਉਹਨਾਂ ਦਾ ਆਦਰਸ਼ ਬੜਾ ਉੱਚਾ ਸੀ। ਫਿਰ ਉਹਨਾਂ ਨੂੰ ਸਤਿਕਾਰਿਆ ਜਾਂਦਾ, ਪੂਜਿਆ ਜਾਂਦਾ, ਅਦਬ ਦਿੱਤਾ ਜਾਂਦਾ, ਜੈ ਜੈਕਾਰ ਹੋਣ ਲੱਗਦੀ ਹੈ। ਇਹ ਸਾਰਾ ਕੁਝ ਜਿਹੜਾ ਹੈ ਸੰਸਾਰ ਦੇ ਹਿੱਸੇ ਵਿੱਚ ਆਇਆ। ਤਾਂ ਮੈਂ ਬੇਨਤੀ ਕਰ ਰਿਹਾ ਵੀ ਹੁਣ ਕਿਸੇ ਮਹਾਨ ਵਿਅਕਤੀ ਨੂੰ ਜਿਸ ਵੇਲੇ ਤਕਲੀਫ ਦਿੱਤੀ ਗਈ, ਦੁੱਖ ਦਿੱਤਾ ਗਿਆ, ਉਹਨਾਂ ਨੂੰ ਕਸ਼ਟ ਦਿੱਤੇ ਗਏ ਸੰਸਾਰ ਦੇ ਕੁਝ ਲੋਕਾਂ ਵੱਲੋਂ, ਬਾਕੀ ਸੰਸਾਰ ਦੇ ਲੋਕਾਂ ਨੇ ਚੁੱਪ ਰਹਿ ਕੇ ਉਹਦੇ 'ਚ ਯੋਗਦਾਨ ਪਾਇਆ। ਜ਼ੁਲਮ ਕਰਨ ਵਾਲਿਆਂ ਆਖਿਆ ਸ਼ਾਂਤੀ ਹੈ, ਠੀਕ ਹੈ, ਮਾਹੌਲ ਸਾਜ਼ਗਾਰ ਹੈ, ਸੂਲੀ ਚਾੜ ਦਿਓ, ਕੋਈ ਕੁਸਕਣ ਵਾਲਾ ਹੈ ਨਹੀਂ। ਉਹਨਾਂ ਨੂੰ ਜਿਸ ਵੇਲੇ ਦੁੱਖ ਦਿੱਤੇ ਗਏ, ਦੁੱਖ ਪੀੜ ਦਾ ਉਹਨਾਂ ਨੂੰ ਅਨੁਭਵ ਤੇ ਹੋਇਆ। ਸਰੀਰ ਨੂੰ ਜਿਸ ਵੇਲੇ ਕਸ਼ਟ ਹੋ ਰਿਹਾ ਸੀ, ਜਾਇਦਾਦ ਕੁਰਕ ਹੋ ਗਈ, ਪਰਿਵਾਰ ਨੂੰ ਤਬਾਹ ਕਰ ਦਿੱਤਾ, ਜੋ ਕੁਝ ਵੀ ਸੀ ਜਾਨੀ ਕਿ ਖੋਹ ਲਿਆ, ਪੀੜ ਤੇ ਹੋਈ। ਪਰ ਉਹਨਾਂ ਨੇ ਉਸ ਨੂੰ ਜਰ ਲਿਆ। ਉਹਨਾਂ ਆਖਿਆ ਕੋਈ ਗੱਲ ਨਹੀਂ, ਇਹ ਵੀ ਕੁਰਬਾਨ ਕਰਨ ਦੇ, ਇਹ ਵੀ ਧਰਮ ਦੇ ਰਾਹ ਤੇ, ਸੱਚ ਦੇ ਰਾਹ ਤੇ, ਆਦਰਸ਼ ਅਸੂਲ ਦੇ ਰਾਹ ਤੇ ਕੁਰਬਾਨ ਕੀਤਾ, ਕੁਰਬਾਨ ਕਰ ਦਿੱਤਾ।
ਉਹਨੂੰ ਕਿਹਾ ਜਾਂਦਾ ਅਜਰ ਜਰਨਾ, ਨਾ ਜਰੀ ਜਾਣ ਵਾਲੀ ਚੀਜ਼ ਨੂੰ ਵੀ ਬਰਦਾਸ਼ਤ ਕਰ ਲੈਣਾ। ਪੇਸ਼ੈਂਸ ਕਿੰਨੀ ਹੈ। ਉਹਨਾਂ ਨੂੰ ਦੁੱਖ ਦਿੱਤੇ ਜਾ ਸਕਦੇ ਨੇ ਪਰ ਦੁਖੀ ਨਹੀਂ ਕੀਤਾ ਜਾ ਸਕਦਾ। ਪਰ ਦੂਜਾ ਪੱਖ ਹੈ, ਮਨਮੁਖ ਨੂੰ ਸੁੱਖ ਦਿੱਤੇ ਜਾ ਸਕਦੇ ਨੇ ਪਰ ਸੁਖੀ ਨਹੀਂ ਕੀਤਾ ਜਾ ਸਕਦਾ। ਸਾਰੇ ਪਦਾਰਥਾਂ ਦਾ ਢੇਰ ਲਾ ਦਿਓ, ਉੱਚੀਆਂ ਪਦਵੀਆਂ ਦੇ ਦਿਓ, ਹਰ ਵੇਲੇ ਸਲੂਟ ਕਰੋ, ਸਤਿਕਾਰ ਦਿਓ, ਫਿਰ ਵੀ ਬੰਦਾ ਜੇ ਕਲਪਿਆ ਹੈ ਨਾ ਤੇ ਕਿਸੇ ਦਾ ਕਸੂਰ ਨਹੀਂ, ਇਸ ਬੰਦੇ ਦੀ ਬਣਤਰ ਵਿੱਚ ਹੀ ਪਰੇਸ਼ਾਨੀ ਹੈ, ਇਹਦੀ ਘਾੜਤ 'ਚ ਹੀ ਪ੍ਰੋਬਲਮ ਹੈ। ਇਸ ਬੰਦੇ ਦਾ ਆਪਣਾ ਵਜੂਦ ਹੀ ਜਿਹੜਾ ਦੁੱਖਾਂ ਨਾਲ ਭਰਿਆ ਹੈ, ਇਹਨੂੰ ਕੋਈ ਦੁਖੀ ਥੋੜ੍ਹਾ ਕਰਦਾ। ਉਹ ਦੁੱਖ ਇਸ ਨੇ ਆਪ ਸੇੜਿਆ, ਇਹਨੇ ਆਪਣੇ ਸੁਭਾਅ 'ਚ ਉਹ ਚੀਜ਼ ਵਸਾ ਲਈ ਵੀ ਹਰ ਚੀਜ਼ ਨੂੰ ਦੇਖ ਕੇ ਡਿਸਟਰਬ ਹੀ ਹੋਣਾ, ਪਰੇਸ਼ਾਨ ਹੀ ਹੋਣਾ, ਦੁਖੀ ਹੀ ਹੋਣਾ। ਉਹ ਜਿਹੜੀ ਚੀਜ਼ ਹੈ, ਉਸ ਦੁੱਖ ਨੂੰ ਕੌਣ ਦੂਰ ਕਰ ਸਕਦਾ? ਉਹ ਕਿਸੇ ਪਦਾਰਥ ਦੀ ਵਜ੍ਹਾ ਕਰਕੇ ਨਹੀਂ, ਕਿਸੇ ਦੂਜੇ ਦੀ ਵਜ੍ਹਾ ਕਰਕੇ ਨਹੀਂ, ਉਹ ਸਾਡੀ ਆਪਣੀ ਪ੍ਰੈਕਟਿਸ ਹੀ ਇਹੋ ਜਿਹੀ ਹੋ ਗਈ ਵੀ ਅਸੀਂ ਦੁਖੀ ਰਹਿਣਾ ਹੈ, ਪਰੇਸ਼ਾਨ ਰਹਿਣਾ ਹੈ, ਖਿਜੇ ਰਹਿਣਾ ਹੈ, ਡਿਸਟਰਬ ਰਹਿਣਾ ਹੈ। ਐਸੇ ਬੰਦੇ ਦਾ ਕੀ ਇਲਾਜ ਕੋਈ ਕਰ ਸਕਦਾ? ਉਹਦਾ ਇੱਕੋ ਹੀ ਇਲਾਜ ਹੈ ਜੋ ਗੁਰੂ ਸਾਹਿਬ ਨੇ ਦੱਸਿਆ, ਉਹ ਹੈ ਵੀ ਇਹ ਬੰਦਾ ਆਤਮਿਕ ਤੌਰ 'ਤੇ ਜਾਗ ਪਵੇ, ਇਸ ਬੰਦੇ ਦੀ ਸੁਰਤ ਜਾਗ ਪਵੇ, ਆਤਮਿਕ ਚੇਤਨਾ ਇਹਨੂੰ ਆ ਜਾਏ, ਗੁਰੂ ਦੇ ਗਿਆਨ ਦਾ ਪੱਲਾ ਫੜ ਲੈ ਤੇ ਆਪਣੇ ਆਪ ਦਾ ਅਭਿਆਸ ਬਦਲ ਲੈ ਤੇ ਕੁਝ ਹੋ ਸਕਦਾ, ਨਹੀਂ ਤੇ ਨਹੀਂ ਹੋ ਸਕਦਾ। ਤੋ ਜਿਹੜੇ ਸ਼ਲੋਕ ਨੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਫਰਮਾਇਆ ਸੀ, ਇਹਨਾਂ ਸ਼ਲੋਕਾਂ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ 2 ਸ਼ਲੋਕਾਂ ਵਿੱਚ ਅੱਗੇ ਜਾ ਕੇ ਕੀਤੀ। ਪਹਿਲਾ ਸ਼ਲੋਕ ਸੀ, ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ। ਕਿਸੇ ਮਜ਼ਹਬ ਨੇ ਕਿਹਾ ਹੈ ਆਦਮ ਨੂੰ ਮੁੱਢ ਮੰਨਿਆ ਜਾਂਦਾ ਹੈ, ਆਦਮ ਜਾਤ ਦਾ, ਮਨੁੱਖ ਦਾ, ਬੰਦਿਆਂ ਦਾ। ਉਹਨੇ ਸਵਰਗ ਵਿੱਚ ਵਿਵਰਜਿਤ ਫਲ ਖਾ ਲਿਆ। ਹੁਣ ਕੋਈ ਸਾਡੇ ਵਿਹੜੇ ਵਿੱਚ ਫੁੱਲਾਂ ਦਾ ਬੂਟਾ ਲੱਗਾ ਹੋਵੇ ਨਾ, ਵੈਸੇ ਬੱਚੇ ਦਾ ਧਿਆਨ ਨਾ ਜਾਵੇ ਤੇ ਨਾ ਹੀ ਜਾਵੇ ਭਾਵੇਂ, ਪਰ ਜੇ ਤੁਸੀਂ ਉਹਨੂੰ ਰੋਜ਼ 2 ਵਾਰ ਕਹੋ ਨਾ ਵੀ ਫੁੱਲ ਇਹਨੂੰ ਹੱਥ ਨਹੀਂ ਲਾਉਣਾ, ਤੇ ਉਹ ਕਿਸੇ ਨਾ ਕਿਸੇ ਦਿਨ ਉਹਦੇ ਮਨ 'ਚ ਆਉਂਦਾ ਵੀ ਐਡੀ ਕਿਹੜੀ ਗੱਲ ਹੈ, ਹੱਥ ਲਾ ਕੇ ਦੇਖਦੇ ਹਾਂ, ਤੋੜ ਕੇ ਦੇਖਦੇ ਹਾਂ। ਜ਼ਿਆਦਾ ਵਰਜਣਾ ਵੀ ਕਈ ਵਾਰ ਕਿਸੇ ਚੀਜ਼ ਵੱਲ ਤੁਹਾਡਾ ਧਿਆਨ ਖਿੱਚ ਲੈਂਦਾ, ਤੁਹਾਨੂੰ ਐਕਸਾਈਟਡ ਕਰ ਦਿੰਦਾ, ਉਤੇਜਨਾ ਪੈਦਾ ਕਰ ਦਿੰਦਾ। ਕਿਉਂ ਆ ਐਸਾ? ਕਰਕੇ ਤਾਂ ਵੇਖਾਂ। ਕਹਿੰਦੇ ਨੇ ਉਹਨੂੰ ਦੱਸਿਆ ਗਿਆ ਸੀ ਖੁਦਾ ਵੱਲੋਂ, ਰੱਬ ਵੱਲੋਂ, ਵੀ ਆਹ ਜਿਹੜਾ ਬੂਟਾ ਇਹਨੂੰ ਜਿਹੜੇ ਫਲ ਲੱਗਦੇ ਨੇ ਤੂੰ ਨਹੀਂ ਖਾ ਸਕਦਾ। ਹੁਣ ਬੰਦਾ ਸੀ, ਉਹਨੇ ਸੋਚਿਆ ਵੀ ਤੋੜ ਕੇ ਵੇਖਦੇ ਆ, ਐਡੀ ਵੀ ਕਿਹੜੀ ਗੱਲ ਹੈ, ਫਲਾਂ ਵਰਗਾ ਫਲ ਹੈ, ਤੋੜ ਲਿਆ। ਉਹ ਵਿਵਰਜਿਤ ਫਲ ਸੀ। ਉਹਨੂੰ ਸਵਰਗ 'ਚੋਂ ਧੱਕਾ ਦਿੱਤਾ ਤੇ ਧਰਤੀ 'ਤੇ ਸੁੱਟ ਦਿੱਤਾ, ਆਖਿਆ ਹੁਣ ਤੂੰ ਸਵਰਗ 'ਚ ਰਹਿਣ ਦੇ ਲਾਇਕ ਨਹੀਂ ਰਿਹਾ, ਕਿਉਂਕਿ ਤੂੰ ਨਿਯਮ ਤੋੜਿਆ, ਅਸੂਲ ਤੋੜਿਆ। ਸ਼ਾਇਦ ਇਸ ਕਹਾਣੀ ਦਾ ਇਹ ਵੀ ਭਾਵ ਹੋ ਸਕਦਾ ਹੈ ਵੀ ਬੰਦਾ ਉਦੋਂ ਧੱਕਿਆ ਜਾਂਦਾ ਹੈ ਜਦੋਂ ਕੁਦਰਤ ਦੇ ਅਸੂਲ ਨੂੰ ਤੋੜ ਦਿੰਦਾ ਹੈ, ਜਦੋਂ ਵਾਹਿਗੁਰੂ ਦੀ ਰਜ਼ਾ ਦੇ ਅੱਗੇ ਆਪਣੀਆਂ ਮਨ ਮਤਾਂ ਚਲਾਉਂਦਾ ਹੈ ਤੇ ਵਾਹਿਗੁਰੂ ਦੇ ਦਰ ਤੋਂ ਧੱਕਿਆ ਜਾਂਦਾ ਹੈ। ਉਸ ਨੂੰ ਧਰਤੀ 'ਤੇ ਸੁੱਟ ਦਿੱਤਾ ਗਿਆ। ਹੁਣ ਇਹਦਾ ਮਤਲਬ ਹੈ ਵੀ ਧਰਤੀ ਨੂੰ ਨਰਕ ਹੀ ਮੰਨਿਆ ਗਿਆ ਹੋਏਗਾ ਨਾ। ਸਜ਼ਾ ਤੇ ਤਾਂ ਹੀ ਹੋਈ ਨਾ ਵੀ ਬੰਦੇ ਨੂੰ ਉੱਥੇ ਸੁੱਟੋ ਜਿੱਥੇ ਦੁੱਖ ਭੋਗਦਾ ਰਹੇ, ਤਾਂ ਹੀ ਸਜ਼ਾ ਹੋਈ ਨਾ, ਨਹੀਂ ਤਾਂ ਉੱਥੇ ਹੀ ਰਹਿਣ ਦਿੰਦੇ। ਗੁਰੂ ਨੇ ਐਸਾ ਨਹੀਂ ਮੰਨਿਆ ਵੀ ਤੂੰ ਇਸ ਧਰਤੀ 'ਤੇ ਕੋਈ ਸਜ਼ਾ ਭੋਗਣ ਆਇਆ। ਮਹਾਰਾਜ ਨੇ ਬਾਣੀ ਦੇ ਵਿੱਚ ਮੰਨਿਆ ਹੈ, ਤੈਨੂੰ ਇਹ ਮਨੁੱਖਾ ਜੀਵਨ ਬੜਾ ਦੁਰਲੱਭ ਮਿਲਿਆ, ਬੜਾ ਕੀਮਤੀ ਹੈ, ਹੀਰੇ ਜੈਸਾ। ਮਾਨਸ ਜਨਮ ਦੁਰਲੱਭ ਹੈ। ਇਹ ਨਹੀਂ ਕਿਹਾ ਵੀ ਤੂੰ ਇਸ ਧਰਤੀ 'ਤੇ ਕੋਈ ਸਜ਼ਾ, ਕੋਈ ਪਾਪ, ਕੋਈ ਗੁਨਾਹ ਕੱਟਣ ਆਇਆ। ਹੁਣ ਵੈਸੇ ਮੁਆਫ ਕਰਨਾ ਆਪਾਂ ਕਹਿ ਤੇ ਦਿੰਦੇ ਹਾਂ, ਅਸੀਂ ਇਸ ਪੰਕਤੀ ਦਾ ਭਾਵ ਇਹੀ ਕੱਢਿਆ ਵੀ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਤੇ ਮਰਨ ਵਾਲੇ ਬੰਦੇ ਨੂੰ ਪੁੱਛ ਲਿਆ ਵੀ ਦੁਬਾਰਾ ਜੰਮਣਾ, ਉਹ ਕਹੇਗਾ ਜੰਮਣਾ ਕਿਉਂ ਨਹੀਂ। ਇਹ ਤਾਂ ਆਪਾਂ ਮਗਰੋਂ ਕਹਿੰਦੇ ਨਾ ਉਹਦੇ ਬਾਰੇ ਵੀ ਰੱਬਾ ਇਹਨੂੰ ਹੁਣ ਧਰਤੀ 'ਤੇ ਨਾ ਘੱਲੀ। ਤੇ ਅਗਲੇ ਨੂੰ ਕਿਹਾ ਜਾਏ ਵੀ ਇੱਕ ਵਾਰ ਤੈਨੂੰ ਮਰਨਾ ਪੈਣਾ ਹੈ, ਤੂੰ ਦੁਬਾਰਾ ਮਨੁੱਖਾ ਜਨਮ 'ਚ ਆਉਣਾ ਚਾਹੁੰਦਾ ਕਿ ਨਹੀਂ, ਉਹ ਕਹੇਗਾ ਆਉਣਾ ਕਿਉਂ ਨਹੀਂ ਚਾਹੁੰਦਾ। ਮੇਰੇ ਲਈ ਬਿਲਕੁਲ ਐਸੀ ਅਰਦਾਸ ਨਾ ਕਰਨਾ ਰੱਬ ਦੇ ਅੱਗੇ ਵੀ ਮੈਂ ਇਸ ਧਰਤੀ 'ਤੇ ਆਵਾਂ ਹੀ ਨਾ ਦੁਬਾਰਾ। ਤੁਹਾਨੂੰ ਕੀ ਹੱਕ ਹੈ ਮੇਰੇ ਬਾਰੇ ਫੈਸਲਾ ਕਰਨ ਦਾ। ਇਸ ਪੰਕਤੀ ਦਾ ਭਾਵ ਇਹ ਬਿਲਕੁਲ ਨਹੀਂ ਸੀ। ਪਰ ਅਸੀਂ ਤੇ ਆਪਣੇ ਕੋਲੋਂ ਹੀ ਵੀ ਰੱਬਾ ਹੁਣ ਇਹਨੂੰ ਧਰਤੀ 'ਤੇ ਨਾ ਘੱਲੀ, ਵੀ ਐਤਕੀ ਬਖਸ਼ ਦੇ, ਜੋ ਕੁਝ ਹੋਇਆ ਹੁਣ ਦੁਬਾਰਾ ਇਹ ਗਲਤੀ ਨਾ ਕਰੀ, ਇਹਨੂੰ ਕਿ ਭੇਜਣ ਦੀ। ਇਹ ਭਾਵ ਤੇ ਬਿਲਕੁਲ ਨਹੀਂ ਇਹਦਾ। ਆਪਾਂ ਜਿੰਨੇ ਬੈਠੇ ਹਾਂ, ਜੇ ਆਪਾਂ ਨੂੰ ਸਤਿਗੁਰੂ ਜੀ ਆਫਰ ਦੇਣ
ਵੀ ਇਸ ਜੀਵਨ ਤੋਂ ਬਾਅਦ ਤੁਸੀਂ ਫਿਰ ਇਹੋ ਜਿਹਾ ਜੀਵਨ ਚਾਹੁੰਦੇ ਹੋ ਮਨੁੱਖਾਂ ਵਾਲਾ? ਕੌਣ ਹੈ ਸਾਡੇ 'ਚੋਂ ਜਿਹੜਾ ਨਾ ਕਰਦਾ ਹੈ ਕੋਈ? ਪਹਿਲੀ ਤਾਂ ਗੱਲ, ਅਸੀਂ ਮਰਨਾ ਹੀ ਨਹੀਂ ਚਾਹੁੰਦੇ। ਤੇ ਜੇ ਲਾਜ਼ਮੀ ਹੈ ਵੀ ਮਰਨਾ ਹੈ, ਤੇ ਬਾਅਦ 'ਚ ਸਾਨੂੰ ਆਪਸ਼ਨ ਮਿਲਦੀ ਹੋਵੇ ਵੀ ਤੁਸੀਂ ਮਨੁੱਖਾ ਜੀਵਨ ਵਿੱਚ ਦੁਬਾਰਾ ਆ ਸਕਦੇ ਹੋ, ਤੇ ਸਾਡੇ 'ਚੋਂ ਕੌਣ ਮਨਾ ਕਰੇਗਾ? ਤੇ ਜੇ ਮਨੁੱਖਾ ਜੀਵਨ ਸਜ਼ਾ ਹੈ, ਤੇ ਗੁਰੂ ਸਾਹਿਬ ਨੇ ਇਹਨੂੰ ਦੁਲੱਭ ਕਿਉਂ ਕਿਹਾ, ਹੀਰੇ ਜੈਸਾ ਕਿਉਂ ਕਿਹਾ, ਉੱਤਮ ਕਿਉਂ ਕਿਹਾ? ਜਦੋਂ ਵੀ ਪ੍ਰਕਰਨ ਨਿਸ਼ੇਧ ਹੋਏਗਾ, ਇਹਦਾ ਭਾਵ ਹੁੰਦਾ ਕੰਟੈਕਸਟ, ਆਊਟ ਆਫ ਕੰਟੈਕਸਟ ਗੱਲ ਹੋਏਗੀ, ਉਦੋਂ ਹੀ ਕਿਸੇ ਨਾ ਕਿਸੇ ਉਪਦੇਸ਼ ਦੇ ਅਰਥ ਅਸੀਂ ਆਪਣੀ ਮਨਮਰਜ਼ੀ ਨਾਲ ਬਦਲ ਲਵਾਂਗੇ। ਭਵਜਲ ਫੇਰੇ ਦਾ ਮਤਲਬ ਕੀ ਹੈ? ਵਿਸ਼ਿਆਂ ਵਿੱਚ ਗਲਤਾਨ ਹੋਣਾ, ਗਰਕ ਹੋਣਾ। ਜਿਵੇਂ ਅਸੀਂ ਕੋਈ ਭੁੱਲ ਕਰੀਏ ਤੇ ਸਾਨੂੰ ਕੋਈ ਪੁੱਛੇ, ਤਾੜਨਾ ਕਰੀਏ, ਕਿਉਂ ਕੀਤਾ ਹੈ, ਤੈਨੂੰ ਪਤਾ ਇਹਦੀ ਸਜ਼ਾ ਕਿੰਨੀ ਹੈ, ਤੇ ਆਪਾਂ ਕਹਿੰਦੇ ਵੀ ਐਤਕੀ ਖਿਮਾ ਕਰੋ, ਅਗਲੀ ਵਾਰ ਭੁੱਲ ਨਹੀਂ ਕਰਦੇ, ਅਗਲੀ ਵਾਰ ਗਲਤੀ ਨਹੀਂ ਕਰ, ਅਹਿਸਾਸ ਹੋ ਗਿਆ। ਸ਼ਬਦ ਖੈਰ ਕਦੇ ਵਿਚਾਰਾਂਗੇ ਪੂਰਾ ਸ਼ਬਦ ਕੀ ਹੈ, ਪਰ ਮਹਾਰਾਜ ਨੇ ਇੱਥੇ ਫਰਮਾਇਆ, ਕਹਿਣ ਲੱਗੇ ਇਹ ਸੰਸਾਰ ਭੂਮੀ ਬੜੀ ਰੰਗ ਵਾਲੀ, ਸੋਹਣੀ ਹੈ, ਸੁਹੱਪਣ ਵਾਲੀ ਹੈ, ਵਧੀਆ ਹੈ, ਉੱਤਮ ਹੈ, ਸ੍ਰੇਸ਼ਟ ਹੈ, ਮੰਝ ਵਿਸੂਲਾ ਬਾਗ। ਪਰ ਅਸੀਂ ਆਪਣੇ ਕਰਮਾਂ ਕਰਕੇ ਇੱਥੇ ਵਿਓਲਾ ਜ਼ਹਿਰ ਦੇ ਫਲਾਂ ਵਾਲਾ ਬਾਗ ਲਾ ਲਿਆ। ਧਰਤੀ ਸਾਨੂੰ ਦਿੱਤੀ, ਮੈਂ ਕੱਲ੍ਹ ਉਦਾਹਰਨ ਦਿੱਤੀ ਸੀ ਵੀ ਸਾਨੂੰ ਕੋਈ ਜ਼ਮੀਨ ਦਾ ਟੁਕੜਾ ਦੇਵੇ, ਆਖੇ ਵੀ ਇੱਥੇ ਤੇਰੀ ਮਰਜ਼ੀ ਹੈ, ਤੇਰੀ ਇੱਛਾ ਚੱਲੇਗੀ, ਤੂੰ ਇੱਥੇ ਕੀ ਕਰਨਾ ਚਾਹੁੰਦਾ। ਹੁਣ ਕਈ ਹੋਣਗੇ ਸੋਹਣੇ ਬਾਗ ਬਗੀਚੇ, ਫੁੱਲ ਬੂਟੇ ਲਾਉਣਗੇ, ਫਲਦਾਰ ਪਦਾਰਥ ਉੱਥੇ ਬੂਟੇ ਲਾਉਣਗੇ, ਉਹਨੂੰ ਸਵਾਰ ਕੇ ਰੱਖਣਗੇ, ਤੇ ਕਈ ਐਸੇ ਹੋਣਗੇ ਜਿਹੜੇ ਉੱਥੇ ਕਚਰਾ ਸੁੱਟ ਕੇ ਢੇਰ ਲਾ ਲੈਣਗੇ। ਐਸੇ ਵੀ ਤਾਂ ਹੈ ਨਾ। ਕਈ ਐਸੇ ਹੋਣਗੇ ਜਿਹੜੇ ਉਸ ਜਗ੍ਹਾ ਦੇ ਉੱਤੇ ਕੰਡਿਆਂ ਦੇ ਬੂਟੇ ਲਿਆ ਕੇ ਲਾ ਦੇਣਗੇ ਵੀ ਜਾਂਦੇ ਆਉਂਦਿਆਂ ਕੱਪੜੇ ਅੜਦੇ ਰਹਿਣ। ਅਕਲ ਹੈ ਆਪੋ ਆਪਣੀ, ਸਮਝ ਹੈ ਆਪੋ ਆਪਣੀ। ਹੁਣ ਜਿਵੇਂ ਬਿੰਨ ਪਿਆ ਹੋਵੇ ਨਾ, ਜਿਹਦੇ ਵਿੱਚ ਆਪਾਂ ਸੁੱਟਦੇ ਹਾਂ, ਗਾਰਬੇਜ ਸੁੱਟਦੇ ਹਾਂ, ਤੇ ਕਈ ਬੰਦੇ ਦੀ ਆਦਤ ਤਾਂ ਦੂਰੋਂ ਹੀ ਸੁੱਟਣਾ ਲੱਗੇ ਆ, ਵਿੱਚ ਨਹੀਂ ਡਿੱਗਣ ਦੇਣਾ। ਉਹਨੂੰ ਪਤਾ ਵੀ ਹੁੰਦਾ ਵੀ ਡਰਮ ਰੱਖਿਆ ਕਾਹਦੇ ਲਈ ਹੈ, ਇਹਦੇ 'ਚ ਲਿਫਾਫਾ ਕਾਹਦੇ ਲਈ ਲਾ ਕੇ ਰੱਖਿਆ, ਪਰ ਸੁੱਟਣਗੇ ਬਾਹਰ ਹੀ। ਹੁਣ ਇਲਾਜ ਤੇ ਕੋਈ ਨਹੀਂ, ਸਮਝ ਹੈ, ਆਪਣੀ ਆਪਣੀ ਸਮਝ ਹੈ ਕਿ ਇਹ ਕਾਹਦੇ ਲਈ ਹੈ ਚੀਜ਼, ਇਹਦੀ ਮਹੱਤਤਾ ਕੀ ਹੈ ਚੀਜ਼ ਦੀ। ਤੋ ਭੂਮ ਤੇ ਰੰਗਾਵਲੀ ਸਾਰਿਆਂ ਨੂੰ ਇੱਕੋ ਜਿਹੀ ਮਿਲੀ ਹੈ, ਪਰ ਬੰਦੇ ਨੇ ਇੱਥੇ ਜ਼ਹਿਰ ਦੇ ਫਲ ਪੈਦਾ ਕਰ ਲਏ। ਈਰਖਾ ਕੀਤੀ, ਨਫ਼ਰਤ ਕੀਤੀ, ਭੇਦਭਾਵ ਕੀਤਾ, ਅੱਗਾਂ ਲਾਈਆਂ, ਤਬਾਹੀ ਮਚਾਈ। ਇਹ ਸਾਰਾ ਕੁਝ ਮਨੁੱਖ ਨੇ ਇਸ ਧਰਤੀ ਨੂੰ ਸਵਾਰਨ ਲਈ ਨਹੀਂ, ਬਰਬਾਦ ਕਰਨ ਲਈ ਕੀਤਾ। ਪਰ ਕੋਈ ਹੈ ਜਿਹੜਾ ਇਸ ਜ਼ਹਿਰ ਤੋਂ ਬਚ ਸਕਦਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ, ਜੋ ਜਨ ਪੀਰ ਨਿਵਾਜਿਆ, ਪੀਰ ਨੇ ਜਿਨ੍ਹਾਂ ਨੂੰ ਨਿਵਾਜ, ਪੀਰ ਗੁਰੂ ਤੋਂ ਭਾਵ ਹੈ, ਪੀਰ ਦਾ ਅਰਥ ਹੈ ਗੁਰੂ। ਗੁਰੂ ਨੇ ਜਿਨ੍ਹਾਂ ਤੇ ਨਿਵਾਜਿਸ਼ ਕੀਤੀ, ਬਖਸ਼ਿਸ਼ ਕੀਤੀ, ਤਿਨਾਂ ਆਂਚ ਨਾ ਲਾ, ਉਹ ਜ਼ਹਿਰ ਵਿੱਚ ਮੁਬਤਲਾ ਗ੍ਰਸਤ ਨਹੀਂ ਹੁੰਦੇ। ਫਿਰ ਅੱਗੇ ਸਲੋਕ ਹੈ, ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ। ਉਮਰ ਬੜੀ ਸੋਹਣੀ ਹੈ, ਕੀਮਤੀ ਹੈ ਜੀਵਨ, ਸੋਹਣੇ ਰੰਗ ਵਾਲੀ, ਚੰਗੇ ਪ੍ਰਭਾਵ ਵਾਲੀ ਦੇਈ ਤੈਨੂੰ ਸ੍ਰੇਸ਼ਟ ਦੇਈ ਬਖਸ਼ਿਸ਼ ਕੀਤੀ ਹੈ। ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ। ਇਹ ਸੰਸਾਰ ਦੇ ਅੰਦਰ ਸਹਿਜ ਤੇ ਟਿਕਾਊ ਵਿਰਲੇ ਹਾਸਲ ਕਰਦੇ ਨੇ, ਉਹ ਹਾਸਲ ਕਰਦੇ ਨੇ ਜਿਨ੍ਹਾਂ ਦਾ ਪਿਆਰੇ ਸਿਰਜਣਹਾਰ ਨਾਲ ਨੇਹ ਹੋਵੇ, ਜਿਹੜੇ ਉਸ ਦੀ ਮੁਹੱਬਤ ਵਿੱਚ ਆਪਣੇ ਜੀਵਨ ਨੂੰ ਜਿਉਂਦੇ ਹਨ। ਅਗਲਾ ਸ਼ਲੋਕ ਹੈ ਬਾਬਾ ਸ਼ੇਖ ਫਰੀਦ ਸਾਹਿਬ ਦਾ ਹੈ। ਫਰਮਾਉਂਦੇ ਹਨ, ਕੰਦੀ ਵਹਿਣ ਨਾ ਢਾਹੇ ਤਉ ਪੀ ਲੇਖਾ ਦੇਵਣਾ। ਇੱਥੇ ਹੁਣ ਭਾਵ ਕੀ ਹੈ ਕਿ ਦਰਿਆ ਵਗਦਾ ਹੈ, ਤੇ ਜਿੰਨਾ ਦਰਿਆ ਦਾ ਪਾਣੀ ਵਗਦਾ ਹੈ ਨਾ, ਉਹ ਦੋਵਾਂ ਪਾਸਿਆਂ ਤੋਂ ਕੰਢਿਆਂ ਨੂੰ ਖੋਰਦਾ, ਮਿੱਟੀ ਨੂੰ ਖੋਰ ਕੇ ਨਾਲ ਲਈ ਜਾਂਦਾ। ਅੱਜ ਵਰਗਾ ਯੁੱਗ ਨਹੀਂ ਸੀ, ਹੁਣ ਤਾਂ ਬੰਨ੍ਹ ਵੱਜ ਗਏ, ਲਿਮਟ ਤੈਅ ਕਰ ਦਿੱਤੀ ਗਈ ਵੀ ਪਾਣੀ ਕਿੰਨੇ ਏਰੀਏ 'ਚ ਜਾ ਸਕਦਾ। ਦਰਿਆਵਾਂ ਦੇ ਬੰਨ੍ਹ ਵੱਜ ਗਏ। ਪੁਰਾਣੇ ਸਮੇਂ ਦਰਿਆ ਰਸਤੇ ਬਦਲਦੇ ਸਨ, ਢਾਹ ਲਾਉਂਦੇ ਗਏ, ਜਿੱਧਰ ਨੂੰ ਨਿਵਾਣ ਹੁੰਦੀ ਗਈ, ਮਿੱਟੀ ਖੋਰਦੇ ਕਦੇ ਇੱਧਰ ਚਲੇ ਗਏ, ਕਦੇ ਇੱਧਰ ਚਲੇ ਗਏ। ਔਰ ਦਰਿਆਵਾਂ ਦਾ ਏਰੀਆ ਬੜਾ ਵੱਡਾ ਹੁੰਦਾ ਸੀ, ਬੜੀ ਕੂਹਾਂ ਦੀ ਚੜਾਈ 'ਚ ਰਾਹ ਰਸਤੇ ਬਦਲ ਕੇ ਦਰਿਆ ਵਗਦੇ ਰਹਿੰਦੇ ਸਨ, ਕੋਈ ਉਹਨਾਂ ਨੂੰ ਬੰਨ੍ਹਣ ਵਾਲਾ ਨਹੀਂ ਸੀ। ਕੁਦਰਤ ਆਪਣੇ ਆਪ ਵਿੱਚ ਮੌਲਦੀ ਤੇ ਖਿੜਦੀ ਸੀ। ਬੰਦਾ ਆਪ ਵੀ ਬੱਝ ਗਿਆ, ਉਹਨੇ ਦਰਿਆ ਵੀ ਬੰਨ੍ਹ ਲਿਆ, ਉਹਨੇ ਹਰ ਚੀਜ਼ ਕੁਦਰਤ ਦੀ ਬੰਨ੍ਹ ਲਈ, ਨਿਯਮਾਂ ਵਿੱਚ ਬੰਨ੍ਹਣ ਦਾ ਯਤਨ ਕਰ ਲਿਆ।
ਉਸਨੇ ਆਪਣੇ ਆਪ ਨੂੰ ਵੀ ਬੇਫਾਇਦਾ ਅਸੂਲਾਂ ਵਿੱਚ ਹੀ ਬੰਨ੍ਹ ਲਿਆ। ਐਸਾ ਵੀ ਵਾਪਰਿਆ। ਮੈਂ ਕਈ ਵਾਰ ਇਹ ਸੋਚਦਾ ਹਾਂ, ਜਿਹੜੇ ਅਸੂਲ ਹੁੰਦੇ ਹਨ ਨਾ, ਅਸੂਲਾਂ ਨੂੰ ਕਾਇਮ ਰੱਖਣ ਵਾਸਤੇ ਨਿਯਮ ਬਣਾਏ ਜਾਂਦੇ ਨੇ, ਅਤੇ ਬੰਦਾ ਕਈ ਵਾਰ ਅਸੂਲ ਪ੍ਰਸਤ ਨਹੀਂ ਬਣਦਾ, ਨਿਯਮ ਪ੍ਰਸਤ ਜ਼ਿਆਦਾ ਬਣਦਾ। ਆਦਰਸ਼ ਭੁੱਲ ਜਾਂਦਾ ਅਤੇ ਇਕੱਲੇ ਨਿਯਮ ਹੀ ਨਿਯਮ ਉਹਦੇ ਪੱਲੇ ਰਹੇ। ਉਹਨੂੰ ਪਤਾ ਨਹੀਂ ਹੁੰਦਾ ਕੀਤਾ ਕਾਹਦੇ ਲਈ ਜਾਂਦਾ ਹੈ, ਹੁੰਦਾ ਕਿਉਂ ਹੈ। ਉੱਥੇ ਬੜੀ ਪ੍ਰੋਬਲਮ ਹੁੰਦੀ ਹੈ। ਬੰਦਾ ਸਟ੍ਰਿਕਟ ਜਿਹਾ ਹੋ ਜਾਂਦਾ ਹੈ, ਦਾਇਰੇ ਜਿਹੇ 'ਚ ਵੱਜ ਜਾਂਦਾ ਹੈ, ਕੈਦੀ ਜਿਹਾ ਹੋ ਜਾਂਦਾ ਹੈ। ਉਹ ਜਿਹੜਾ ਸੁਭਾਅ ਹੈ ਉਹ ਮਨੁੱਖ ਦੇ ਅੰਦਰ ਨੂੰ ਵਿਗਸਣ ਨਹੀਂ ਦਿੰਦਾ, ਮੌਲਣ ਨਹੀਂ ਦਿੰਦਾ, ਖਿੜਨ ਨਹੀਂ ਦਿੰਦਾ, ਪਾਬੰਦੀਸ਼ੁਦਾ ਹੋ ਜਾਂਦਾ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ, ਇੱਥੇ ਦਰਿਆ ਕਿਹਨੂੰ ਕਿਹਾ? ਦੁੱਖਾਂ ਦਾ ਦਰਿਆ ਬੰਦੇ ਦੇ ਜੀਵਨ 'ਚ, ਕਿਉਂਕਿ ਪਿਛਲੇ ਸਲੋਕਾਂ ਨਾਲ ਆਪਾਂ ਰਲਾ ਕੇ ਪੜ੍ਹ ਰਹੇ ਹਾਂ। ਦੁੱਖਾਂ ਦਾ ਦਰਿਆ ਬੰਦੇ ਦੇ ਜੀਵਨ ਵਿੱਚ ਲਗਾਤਾਰ ਵਗਦਾ ਤੁਰਿਆ ਜਾ ਰਿਹਾ ਅਤੇ ਇਹਦੇ ਕੰਢਿਆਂ ਨੂੰ ਢਾਈ ਜਾਂਦਾ। ਇਹਦਾ ਕੋਈ ਪਹਿਲੂ ਉਸਨੇ ਸਾਬਤ ਨਹੀਂ ਰਹਿਣ ਦਿੱਤਾ, ਨਾ ਮਨ, ਨਾ ਸੁਰਤ, ਨਾ ਆਤਮਾ, ਨਾ ਸਰੀਰ, ਨਾ ਪਰਿਵਾਰ, ਨਾ ਸਮਾਜ, ਨਾ ਧਰਮ ਦੀ ਦੁਨੀਆ, ਨਾ ਮਜ਼ਹਬ ਦਾ ਸੰਸਾਰ, ਨਾ ਰਾਜਨੀਤੀ। ਕੋਈ ਚੀਜ਼ ਹੈ ਜਿੱਥੇ ਮਨੁੱਖ ਲਈ ਦੁੱਖ ਤੇ ਕਲੇਸ਼ ਨਹੀਂ ਹਨ। ਤੇ ਬੰਦਾ ਆਪਣੇ ਦਿਲੋਂ ਕੋਸਦਾ, ਉਲਾਂਭਾ ਤੇ ਸ਼ਿਕਵਾ ਦਿੰਦਾ, ਕੰਧੀ ਵਹਿਣ ਨਾ ਢਾਹ ਤਉ ਭੀ ਲੇਖਾ ਦੇਵਣਾ। ਬੰਦਾ ਦੁੱਖਾਂ ਦੀ ਅਵਸਥਾ 'ਚ ਕੋਸਦਾ ਹੀ ਹੈ ਨਾ ਦੂਜੇ ਨੂੰ, ਕਰਮਾਂ ਨੂੰ ਕੋਸੇਗਾ, ਕਿਸਮਤ ਨੂੰ ਕੋਸੇਗਾ, ਕਿਸੇ ਹੋਰ ਨੂੰ ਕੋਸੇਗਾ, ਤੇ ਉਹਨੂੰ ਆਖਦਾ ਤੈਨੂੰ ਲੇਖਾ ਦੇਣਾ ਪਏਗਾ। ਇਹਦਾ ਭਾਵ ਹੁੰਦਾ ਵੀ ਬੰਦਾ ਜਦੋਂ ਖਿੱਝਦਾ ਹੈ ਤੇ ਕੋਈ ਨਾ ਕੋਈ ਆਪਣੀ ਜ਼ਬਾਨ ਤੋਂ ਇਹੋ ਜਿਹਾ ਬੋਲ ਬੋਲਦਾ ਜਿਹੜਾ ਅਗਲੇ ਦੀ ਹੱਤਕ ਕਰਨ ਵਾਲਾ ਹੋਵੇ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਬੰਦਾ ਇਹ ਨਹੀਂ ਜਾਣਦਾ, ਜਿਧਰ ਰੱਬ ਰਜ਼ਾਏ ਵਹਿਣ ਤਿਦਾਉ ਗਉ ਕਰੇ। ਵੀ ਜਿਹੜੀ ਤਕਲੀਫ ਹੈ ਇਹ ਤਾਂ ਪਾਰਟ ਆਫ ਨੇਚਰ ਹੈ, ਇਹਨੂੰ ਤੂੰ ਕੀ ਕੋਸਦਾ, ਇਹਨੂੰ ਤੂੰ ਕੀ ਕੋਸਦਾ? ਇਹ ਤਾਂ ਉਹਦੀ ਰਜ਼ਾ ਵਿੱਚ ਹੈ, ਇਹ ਤਾਂ ਉਹਦੀ ਰਜ਼ਾ ਵਿੱਚ ਹੈ। ਇਹ ਤਾਂ ਨੇਚਰ, ਕੁਦਰਤ ਜਿੱਧਰ ਨੂੰ ਉਹਨੂੰ ਰਾਹ ਬਖਸ਼ ਰਹੀ ਹੈ ਉੱਧਰ ਨੂੰ ਉਹ ਜਾ ਰਿਹਾ, ਲਗਾਤਾਰ ਵਗ ਰਿਹਾ ਦਰਿਆ। ਇਹ ਤਾਂ ਹੁਣ ਤੂੰ ਵੇਖ ਨਾ। ਤੇ ਮੈਂ ਪਹਿਲਾਂ ਬਿਆਨ ਕੀਤੀ ਹੈ ਵੀ ਦੁੱਖਾਂ ਦਾ ਕਾਰਨ ਕੀ ਹੈ ਤੇ ਦੁੱਖ ਕੀ ਨੇ, ਇਹਦੀ ਵਿਆਖਿਆ ਆਪਾਂ ਪਹਿਲਾਂ ਕਰ ਚੁੱਕੇ ਹਾਂ। ਜੇ ਤਾਂ ਕਿਸੇ ਦੀ ਖੁਸ਼ੀ ਨੂੰ ਵੇਖ ਕੇ ਤੈਨੂੰ ਤਕਲੀਫ ਹੁੰਦੀ ਹੈ ਤੇ ਫਿਰ ਤਾਂ ਤੂੰ ਸਮਝ ਵੀ ਇਹ ਕਿਉਂ ਹੁੰਦੀ ਹੈ, ਇਹਦਾ ਤੈਨੂੰ ਰੀਜ਼ਨ, ਕਾਰਨ ਲੱਭਣਾ ਪਏਗਾ। ਸਰੀਰ ਦੇ ਦੁੱਖ ਸਦੀਵੀ ਨੇ, ਤੰਦਰੁਸਤੀ ਮਿਲੀ ਹੈ ਤੇ ਰੋਗ ਵੀ ਮਿਲਣਗੇ। ਦੋਵੇਂ ਚੀਜ਼ਾਂ ਨੈਗੇਟਿਵ ਪੋਜ਼ਿਟਿਵ ਦੋਵੇਂ ਮਿਲਣਗੀਆਂ। ਜੋ ਮਿਲਿਆ ਉਹਨੇ ਵਿਛੜਨਾ ਵੀ ਹੈ, ਇਹ ਵੀ ਕੁਦਰਤ ਦਾ ਅਸੂਲ ਹੈ, ਨਿਯਮ ਹੈ। ਤੋ ਜਿੱਧਰ ਰੱਬ ਰਜ਼ਾਏ ਵਹਿਣ ਤਦਾਉ ਗਉ ਕਰੇ। ਫਿਰ ਅੱਗੇ ਫਰਮਾਉਂਦੇ ਹਨ, ਫਰੀਦਾ ਦੁੱਖਾਂ ਸੇਤੀ ਦੇਹੁ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕਪਰਵਾਤ। ਹੁਣ ਟੋਏ ਟਿੱਬੇ, ਅੰਦਰ ਦੀ ਅੱਗ, ਅੰਦਰ ਦੀ ਤਕਲੀਫ, ਅੰਦਰ ਦੇ ਦੁੱਖਾਂ ਕਰਕੇ ਬੰਦੇ ਦੀ ਜ਼ਿੰਦਗੀ ਕਿਹੋ ਜਿਹੀ ਹੈ, ਉਹਦੀ ਇੱਕ ਤਸਵੀਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀ। ਦਿਨ ਤੇ ਰਾਤ ਵਿੱਚ ਆਪਾਂ ਸਮੇਂ ਨੂੰ ਵੰਡਦੇ ਹਾਂ, ਦਿਨ ਤੇ ਰਾਤ। ਦੁੱਖਾਂ ਸੇਤੀ ਦਿਓ ਗਏ। ਜਿਹੜਾ ਦਿਨ ਉਹ ਵੀ ਦੁੱਖਾਂ ਨੂੰ ਸਹਿੰਦਿਆਂ, ਪਰੇਸ਼ਾਨੀਆਂ 'ਚ ਗ੍ਰਸਤ ਹੋਇਆਂ ਗੁਜ਼ਰ ਗਿਆ। ਯਾਨੀ ਕਿ ਸਾਡਾ ਲਾਈਫ ਸਟਾਈਲ ਕੀ ਹੈ, ਅਸੀਂ ਕਿਹੋ ਜਿਹਾ ਜੀਵਨ ਅਪਣਾਇਆ ਹੈ, ਸਾਡੀ ਪ੍ਰੈਕਟਿਸ ਕਿਹੋ ਜਿਹੀ ਹੋ ਰਹੀ ਹੈ, ਅਸੀਂ ਹੰਢਾ ਇੰਜੋਏ ਕੀ ਕਰ ਰਹੇ ਹਾਂ। ਬਾਬਾ ਫਰੀਦ ਸਾਹਿਬ ਇਸ ਪਾਸੇ ਸਾਡਾ ਧਿਆਨ ਖਿੱਚ ਰਹੇ ਨੇ। ਤੇ ਰਾਤ ਦਾ ਸਮਾਂ ਕਿਵੇਂ ਗੁਜ਼ਰਦਾ ਹੈ? ਸੂਲਾਂ ਸੇਤੀ ਰਾਤ, ਸੂਲਾਂ ਦੀ ਸੇਜ ਹੈ, ਯਾਨੀ ਕਿ ਨਾ ਦਿਨੇ ਚੈਨ ਨਾ ਰਾਤ ਨੂੰ ਚੈਨ। 24 ਘੰਟੇ ਬੰਦੇ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਸਰਕਲ ਕਰ ਰਹੀਆਂ ਨੇ ਜਿਹੜੀਆਂ ਇਹਨੂੰ ਕਦੇ ਟਿਕਣ ਨਹੀਂ ਦਿੰਦੀਆਂ, ਜਿਹੜੀਆਂ ਇਹਨੂੰ ਕਦੇ ਟਿਕਾ ਵਿੱਚ ਨਹੀਂ ਆਉਣ ਦਿੰਦੀਆਂ, ਰਿਲੈਕਸ ਨਹੀਂ ਹੋਣ ਦਿੰਦੀਆਂ। ਇਸੇ ਨੂੰ ਬਾਬਾ ਫਰੀਦ ਸਾਹਿਬ ਅੱਗੇ ਕਹਿੰਦੇ ਨੇ, ਖੜਾ ਪੁਕਾਰੇ ਪਾਤਣੀ ਬੇੜਾ ਕਪਰਵਾਤ। ਅਣਜਾਣ ਬੰਦਾ ਬੇੜੀ ਚਲਾ ਰਿਹਾ ਹੋਵੇ
ਉਸ ਨੂੰ ਤਾਂ ਇੰਨਾ ਹੀ ਪਤਾ ਹੁੰਦਾ ਵੀ ਆ ਚੱਪੂ ਜਿਹਾ ਮਾਰੀਦਾ ਹੈ ਅਤੇ ਬੇੜੀ ਨੂੰ ਪਾਣੀ ਦੇ ਵਿੱਚ ਲਈ ਜਾਈਦਾ। ਉਹਨੂੰ ਪਾਣੀ ਦੀਆਂ ਪੇਚੀਦਗੀਆਂ ਦਾ ਨਹੀਂ ਪਤਾ ਵੀ ਕਿਤੇ ਕੱਪਰ ਦਾ ਮਤਲਬ ਹੁੰਦਾ ਹਵਾ ਨਾਲ ਘੁੰਮਣ ਘੇਰੀ ਪੈਣੀ, ਕਿਤੇ ਰੇਤਲਾ ਤਲ ਆ ਕੇ ਬੇੜੀ ਫਸ ਵੀ ਸਕਦੀ ਹੈ, ਡੁੱਬ ਵੀ ਸਕਦੀ ਹੈ, ਬੇੜੀ ਦਾ ਬੈਲੈਂਸ ਵਿਗੜ ਸਕਦਾ। ਬੜੇ ਰੀਜ਼ਨ ਨੇ। ਸਧਾਰਨ ਬੰਦੇ ਲਈ ਤਾਂ ਇਹ ਹੈ ਵੀ ਇਹ ਕਿਤੇ ਕਿੱਡਾ ਔਖਾ ਹੈ, ਪਾਣੀ 'ਚ ਬੇੜੀ ਨੇ ਰਿੜ੍ਹਦੀ ਜਾਣਾ ਅਤੇ ਚੱਪੂ ਮਾਰੀ ਜਾਣਾ, ਬਸ। ਨਹੀਂ, ਉਹ ਪਾਣੀ ਦੇ ਸੁਭਾਅ ਨੂੰ ਨਹੀਂ ਜਾਣਦਾ, ਦਰਿਆ ਦੇ ਵਿੱਚ ਬੇੜੀ ਚਲਾਉਣ ਦੀ ਤਕਨੀਕ ਨੂੰ ਨਹੀਂ ਜਾਣਦਾ। ਉਹ ਤਾਂ ਇੰਨਾ ਹੀ ਜਾਣਦਾ ਹੈ ਨਾ, ਜਿਹੜੇ ਕੰਮ ਦਾ ਸਾਨੂੰ ਗਿਆਨ ਨਾ ਹੋਵੇ ਨਾ, ਦੂਜੇ ਹੱਥੀਂ ਸਾਨੂੰ ਲੱਗਦਾ ਕਿ ਕਿੱਡਾ ਔਖਾ ਹੈ, ਪਰ ਉਸ ਕੰਮ ਦੀਆਂ ਪੇਚੀਦਗੀਆਂ ਵੀ ਹੁੰਦੀਆਂ ਨੇ। ਦੁਨੀਆ 'ਚ ਐਸਾ ਕੋਈ ਫੀਲਡ ਨਹੀਂ ਜਿਹਦੇ ਵਿੱਚ ਉਲਝਣਾਂ ਅਤੇ ਪੇਚੀਦਗੀਆਂ ਨਹੀਂ। ਮਤ ਦੂਜੇ ਨੂੰ ਆਪਣੇ ਤੋਂ ਸੌਖਾ ਮਹਿਸੂਸ ਕਰੀਏ, ਮਤਾ ਇਹ ਦਾਅਵਾ ਕਰਿਆ ਕਰੀਏ ਵੀ ਮੇਰੇ ਤੋਂ ਤਾਂ ਤੇਰਾ ਫੀਲਡ ਬਹੁਤ ਸੌਖਾ। ਹਰ ਬੰਦਾ ਹੀ ਆਪਣੇ ਫੀਲਡ ਤੋਂ ਅੱਕਿਆ ਅਤੇ ਥੱਕਿਆ ਹੀ ਹੈ। ਹਰ ਬੰਦਾ ਦੂਜੇ ਨੂੰ ਇਹ ਕਹਿੰਦਾ ਤੇਰਾ ਕੰਮ ਚੰਗਾ, ਮੈਂ ਤਾਂ ਫਸਿਆ ਪਿਆ। ਇਸ ਤਰ੍ਹਾਂ ਹੀ ਹੁੰਦਾ ਹੈ ਨਾ, ਕਿਉਂਕਿ ਸਾਨੂੰ ਉਹਦੇ ਫੀਲਡ, ਉਹਦੇ ਕੰਮ ਦੀ ਜਿਹੜੀ ਉਲਝਣ ਹੈ, ਉਹਦਾ ਗਿਆਨ ਨਹੀਂ, ਪਤਾ ਨਹੀਂ। ਹੁਣ ਜਿਹੜਾ ਮਲਾਹ ਹੈ, ਉਸ ਨੂੰ, ਸਿਆਣੇ ਮਲਾਹ ਨੂੰ ਪਤਾ ਹੈ ਵੀ ਬੇੜੀ ਚਲਾਉਣ ਦੀ ਇੱਕ ਜੁਗਤ ਹੈ, ਤਕਨੀਕ ਹੈ, ਖਤਰੇ ਨਾਲ ਘੁਲਣਾ ਪੈਂਦਾ ਹੈ। ਪਾਣੀ ਦਾ ਸੁਭਾਅ, ਦਰਿਆ ਦੇ ਵਿੱਚ ਕੀ ਉਲਝਣਾਂ ਹੋ ਸਕਦੀਆਂ ਨੇ, ਉਹ ਇਸ ਗੱਲ ਤੋਂ ਬਾਖਬਰ ਹੈ। ਅਣਜਾਣ ਬੰਦਾ ਬੇੜੀ ਚਲਾ ਰਿਹਾ, ਅੱਗੇ ਕੱਪਰ ਪੈ ਰਿਹਾ, ਕੱਪਰ ਘੁੰਮਣ ਘੇਰੀ ਪੈ ਰਹੀ, ਜਿਹਦੇ 'ਚ ਬੇੜੀ ਜਾ ਕੇ ਅਨਬੈਲੈਂਸ ਹੋ ਕੇ ਡੁੱਬ ਸਕਦੀ। ਉਹਨੇ ਦੂਰੋਂ ਆਵਾਜ਼ ਦਿੱਤੀ, ਚੀਕਾਂ ਮਾਰੀਆਂ, ਰੌਲਾ ਪਾਇਆ ਵੀ ਵੇਖੀ ਅੱਗੇ ਕੱਪਰ ਪੈ ਰਿਹਾ ਪਾਣੀ ਦਾ, ਉਹਦੇ 'ਚ ਤੂੰ ਡੁੱਬ ਸਕਦਾ। ਬੇੜੇ ਨੂੰ ਅੱਗੇ ਇੱਥੇ ਸ਼ਬਦ ਕੀ ਵਰਤਿਆ? ਖੜਾ ਪੁਕਾਰੇ ਪਾਤਣੀ, ਬੇੜਾ ਕੱਪਰ ਉਹ ਦੱਸ ਰਿਹਾ ਵੀ ਤੇਰਾ ਬੇੜਾ ਡੁੱਬਣ ਵਾਲਾ ਹੈ, ਜਿਸ ਦਿਸ਼ਾ ਵਿੱਚ ਤੂੰ ਲੈ ਕੇ ਜਾ ਰਿਹਾ ਤੇ ਇੱਥੋਂ ਨਿਕਲਣਾ ਨਹੀਂ ਇਹਦੇ 'ਚੋਂ। ਅਸੀਂ ਜੀਵਨ ਦੀਆਂ ਪੇਚੀਦਗੀਆਂ ਨਹੀਂ ਜਾਣਦੇ। ਸਾਡੇ ਲਈ ਲਾਈਫ ਕੀ ਹੈ? 4 ਬੰਦੇ ਸਾਡੀ ਰਿਸਪੈਕਟ ਕਰਨ, ਬੈਂਕ ਬੈਲੈਂਸ ਹੋਵੇ, ਘਰ ਹੋਵੇ, ਬਾਕੀ ਭਾਵੇਂ ਸਾਡੇ ਕੋਲ ਗੁਣ ਕੋਈ ਨਾ ਹੋਵੇ। ਉਹ ਜਿਹੜੀ ਚੀਜ਼ ਹੈ, ਸਾਨੂੰ ਇਹ ਲੱਗਦਾ ਹੈ ਵੀ ਸਾਨੂੰ ਰੱਬ ਨੇ ਜ਼ਬਾਨ ਦਿੱਤੀ ਹੈ ਅਤੇ ਮੈਂ ਜੋ ਮਰਜ਼ੀ ਬੋਲ ਸਕਦਾ। ਜੁਗਤ ਨਹੀਂ ਨਾ ਸਾਡੇ ਕੋਲ। ਉਸ ਅਣਜਾਣ ਬੇੜੀ ਚਲਾਉਣ ਵਾਲੀ ਸਾਡੀ ਹਾਲਤ ਹੈ ਵੀ ਇਹ ਕਿਤੇ ਕਿੱਡਾ ਔਖਾ ਹੈ, ਇਹ ਕਿਤੇ ਕਿੰਨਾ ਡਿਫੀਕਲਟ ਕੰਮ ਹੈ। ਪਰ ਗੁਰੂ ਮਲਾਹ, ਗੁਰੂ ਨੂੰ ਜੀਵਨ ਦੀਆਂ ਪੇਚੀਦਗੀਆਂ ਦਾ ਗਿਆਨ ਹੈ, ਅਨੁਭਵ ਹੈ, ਤਜਰਬਾ ਹੈ। ਇਸੇ ਕਰਕੇ ਤਾਂ ਉਹਨੂੰ ਆਪਾਂ ਗੁਰੂ ਕਹਿੰਦੇ ਹਾਂ। ਗੁਰੂ ਨੂੰ ਗੁਰੂ ਕਿਉਂ ਕਿਹਾ ਜਾਂਦਾ? ਕਿਉਂ ਗੁਰੂ ਦਾ ਮਤਲਬ ਹੈ ਗਿਆਨ ਦਾ, ਆਤਮ ਗਿਆਨ ਦਾ ਖਜ਼ਾਨਾ, ਸੋਮਾ। ਉਹਨੂੰ ਪਤਾ ਹੈ ਵੀ ਜੀਵਨ ਬੰਦੇ ਦਾ ਕਿਸ ਦਿਸ਼ਾ ਵੱਲ ਨੂੰ ਸਫ਼ਰ ਕਰ ਰਿਹਾ। ਗੁਰੂ ਸਾਨੂੰ ਬਾਰ-ਬਾਰ ਸੁਚੇਤ ਕਰਦਾ ਹੈ, ਅਵੇਅਰ ਕਰਦਾ ਹੈ ਵੀ ਅੱਗੇ ਪਾਣੀ ਦਾ ਕੱਪਰ ਪੈ ਰਿਹਾ, ਬਚ ਜਾ, ਤੇਰੇ ਜੀਵਨ ਦੀ ਬੇੜੀ ਡੁੱਬ ਸਕਦੀ ਹੈ। ਸੰਸਾਰ ਦੇ ਵਿੱਚ ਆ ਉਲਝਣਾਂ ਹਨ, ਇਹਨਾਂ ਤੋਂ ਤੂੰ ਬਚ ਕੇ ਚੱਲਣਾ। ਗੁਰਬਾਣੀ, ਗੁਰੂ ਦਾ ਉਪਦੇਸ਼, ਇਸ ਦਾ ਭਾਵ ਕੀ ਹੈ? ਗੁਰਬਾਣੀ ਸਾਨੂੰ ਅਵੇਅਰ ਕਰਦੀ ਹੈ ਸਾਡੇ ਜੀਵਨ ਦੇ ਪ੍ਰਤੀ ਵੀ ਜੇ ਤੇਰੀ ਸੁਰਤ ਵਿੱਚ ਖਰਾਬੀ ਹੈ, ਜੇ ਔਗਣ ਹੈ, ਵਿਕਾਰ ਹੈ, ਜੇ ਵਿਹਾਰ ਹੈ, ਜੇ ਸੁਭਾਅ ਹੈ, ਤਾਂ ਪ੍ਰੋਬਲਮ ਹੈ। ਇਹ ਹੋ ਸਕਦਾ, ਇਹ ਹੋ ਸਕਦਾ। ਅਲਰਟ ਕਰਦੀ ਹੈ ਬਾਰ-ਬਾਰ। ਜਦੋਂ ਸਤਿਗੁਰੂ ਕਹਿੰਦੇ ਨਰ ਅਚੇਤ ਪਾਪ ਤੇ ਡਰ ਰਹੇ। ਹੁਣ ਕਈ ਵਾਰ ਇਹਦਾ ਵਿਸਰਾਮ ਹੀ ਗਲਤ ਲਾ ਕੇ ਨਰ ਅਚੇਤ, ਫਿਰ ਪੁੱਛੀ ਜਾਂਦੇ ਵੀ ਅਚੇਤ ਪਾਪ ਕਿਹੜਾ ਹੁੰਦਾ ਤੇ ਸੁਚੇਤ ਪਾਪ ਕਿਹੜਾ ਹੁੰਦਾ? ਨਹੀਂ, ਨਰ ਅਚੇਤ ਪਾਪ ਤੇ ਡਰ। ਅਚੇਤ ਬੰਦਾ ਹੀ ਪਾਪ ਕਰੇਗਾ ਨਾ, ਜਾਗਿਆ ਹੋਇਆ ਖੂਹ 'ਚ ਥੋੜ੍ਹਾ ਡਿੱਗੇਗਾ। ਉਸੇ ਨੂੰ ਬਿਆਨ ਕਰਦਿਆਂ ਹੋਇਆ ਕਿ ਨਰ ਅਚੇਤ ਪਾਪ ਤੇ ਡਰ ਰਹੇ। ਇਹ ਵੀ ਦੱਸਿਆ ਤੈਨੂੰ ਡਰਨਾ ਕਿਹੜੀ ਗੱਲ ਤੋਂ ਚਾਹੀਦਾ, ਤੈਨੂੰ ਭੈ ਖਾਣਾ ਚਾਹੀਦਾ ਪਾਪ ਤੋਂ। ਮੈਂ ਇਹ ਵਾਕ ਜਿਸ ਵੇਲੇ ਪੜ੍ਹਦਾ ਤੇ ਮੇਰੇ ਮਨ 'ਚ ਆਉਂਦਾ ਹੈ, ਧਰਮੀ ਪੁਰਖ ਵੀ ਡਰਦਾ ਹੈ ਕਿਸੇ ਗੱਲ ਤੋਂ। ਉਹ ਕਿਹੜੀ ਗੱਲ ਤੋਂ ਡਰਦਾ ਹੈ? ਪਾਪ ਨਾ ਹੋ ਜਾਏ। ਹਮੇਸ਼ਾ ਡਰਨਾ ਚਾਹੀਦਾ, ਇਹ ਖਤਰਾ ਹੈ। ਤੋ ਇਸ ਨੂੰ ਸਤਿਗੁਰੂ ਬਾਣੀ ਦੇ ਵਿੱਚ ਫਰਮਾ ਰਹੇ ਹਨ, ਕਹਿੰਦੇ ਨੇ ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਫਿਰ ਅੱਗੇ ਜਾ ਕੇ ਫਰਮਾਇਆ, ਲੰਮੀ ਲੰਮੀ ਨਦੀ ਵਹੈ ਕੰਦੀ ਕੇਰੈ ਹੇਤ, ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਣ ਰਹਿ ਸੁਚੇਤ। ਇਹ ਨਦੀ ਦਾ ਪੈਂਡਾ ਬਹੁਤ ਲੰਬਾ ਹੁੰਦਾ,
ਅਸੀਂ ਕਦੇ ਪੁਸਤਕਾਂ 'ਚੋਂ ਕਿਤਾਬਾਂ 'ਚੋਂ ਪੜ੍ਹਨ ਦਾ ਯਤਨ ਕਰੀਏ ਨਾ, ਪੰਜਾਬ ਦੇ 5 ਦਰਿਆ ਸਨ ਅਤੇ ਹਰ ਦਰਿਆ ਕਿੱਥੋਂ ਸ਼ੁਰੂ ਹੁੰਦਾ ਹੈ? ਹਿਮਾਲੇ ਦੇ ਕੰਦਰਾਂ ਦੇ ਵਿੱਚੋਂ। ਪਰ ਕਮਾਲ ਦੀ ਗੱਲ ਇਹ ਹੈ, ਹਰ ਦਰਿਆ ਦਾ ਰੰਗ ਵੀ ਵੱਖਰਾ ਵੱਖਰਾ ਹੈ। ਰਾਵੀ ਦੇ ਪਾਣੀ ਦਾ ਰੰਗ ਵੱਖਰਾ ਹੋਏਗਾ, ਸਤਲੁਜ ਦੇ ਪਾਣੀ ਦਾ ਰੰਗ, ਕਿਉਂਕਿ ਵੱਖਰੇ ਵੱਖਰੇ ਏਰੀਏ 'ਚੋਂ ਨਿਕਲ ਕੇ, ਕੋਈ ਮਿੱਟੀ ਖੋਰ ਕੇ ਲਿਆਉਂਦਾ, ਕੋਈ ਪੱਥਰਾਂ 'ਚੋਂ ਆਉਂਦਾ ਅਤੇ ਸਾਫ਼ ਆਉਂਦਾ। ਕਿਸੇ ਦੀ ਸਪੀਡ ਕਿੰਨੀ ਹੈ, ਕਿਸੇ ਦੀ ਸਪੀਡ ਕਿੰਨੀ, ਸਪੀਡ ਵੀ ਵੱਖਰੀ ਵੱਖਰੀ ਹੈ, ਰੰਗ ਵੀ ਵੱਖਰਾ ਹੈ, ਸਪੀਡ ਵੀ ਵੱਖਰੀ ਹੈ। ਕੋਈ ਦਰਿਆ ਕਿਤੇ ਆ ਕੇ ਦੂਜੇ ਦਰਿਆ 'ਚ ਮਰਜ ਹੋ ਜਾਂਦਾ, ਅੱਗੋਂ ਇੱਕ ਬਣ ਜਾਂਦਾ। ਕੋਈ ਜਾ ਕੇ ਅੱਗੇ ਜਾ ਕੇ ਸਿੰਧ ਸਾਗਰ ਦੇ ਵਿੱਚ ਡਿੱਗ ਪੈਂਦਾ। ਉਹਨਾਂ ਦੀ ਆਪਣੀ ਇੱਕ ਹਿਸਟਰੀ ਹੈ। ਕੋਈ ਕਿੰਨਾ ਏਰੀਆ ਤੈਅ ਕਰਦਾ ਹੈ, ਕੋਈ ਕਿੰਨਾ ਏਰੀਆ ਤੈਅ ਕਰਦਾ ਹੈ। ਉਹ ਸਾਰਾ ਕੁਝ ਆਪਣੇ ਆਪ ਵਿੱਚ ਬੜਾ ਅਜੀਬੋ ਗਰੀਬ ਕਿਸਮ ਦਾ ਇਤਿਹਾਸ ਹੈ ਸਾਰੇ ਦਰਿਆਵਾਂ ਦਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮਨੁੱਖ ਵੀ ਤੇ ਵਗਦਾ ਦਰਿਆ ਹੈ ਨਾ। ਇੱਥੇ ਵੀ ਬੰਦੇ ਦੇ ਜੀਵਨ ਦੇ ਵੱਖਰੇ ਵੱਖਰੇ ਰੰਗ ਨੇ। ਕੋਈ ਸਾਰੀ ਜ਼ਿੰਦਗੀ ਮਿੱਟੀ ਖੋਰਦੇ ਰਹਿੰਦੇ ਨੇ, ਕੋਈ ਆਪਣੇ ਆਪ ਨੂੰ ਉਜਲਾ ਤੇ ਪਾਕ ਰੱਖ ਕੇ ਸਫ਼ਰ ਤੈਅ ਕਰਦੇ ਨੇ। ਮਿਲਣਾ ਸਾਰਿਆਂ ਨੇ ਸਾਗਰ 'ਚ ਹੀ ਹੁੰਦਾ, ਸਮੁੰਦਰ 'ਚ ਹੀ ਹੁੰਦਾ। ਪਰ ਸਫ਼ਰ ਤੁਸੀਂ ਵੇਖੋ ਬੰਦੇ ਦਾ, ਜਿਵੇਂ ਦਰਿਆ ਠਕੇਲੀਆਂ ਕਰਦਾ ਹੈ, ਊਚ ਨੀਚ ਨਿਵਾਣਾ ਰਸਤੇ ਬਦਲਦਾ, ਵਿੰਗਾ ਟੇਢਾ ਚੱਲਦਾ, ਤੇ ਮੰਜ਼ਿਲੇ ਮਕਸੂਦ ਉਹਦੀ ਕੀ ਹੈ? ਸਮੁੰਦਰ ਸਾਗਰ ਵਿੱਚ ਮਰਜ ਹੋ ਜਾਣਾ। ਅਸੀਂ ਵੀ ਕੁਦਰਤ ਵਿੱਚੋਂ ਉਪਜੇ ਹਾਂ, ਰਲਾਂਗੇ ਕੁਦਰਤ ਵਿੱਚ ਹੀ। ਪਰ ਜਿਹੜਾ ਸਾਡਾ ਵਿਚਕਾਰਲਾ ਸਫ਼ਰ ਹੈ ਨਾ, ਵਿਚਕਾਰਲਾ ਜਿਹੜਾ ਸਫ਼ਰ ਹੈ ਸਾਡਾ, ਸਤਿਗੁਰੂ ਸਾਡਾ ਧਿਆਨ ਇਸ ਪਾਸੇ ਵੱਲ ਜ਼ਿਆਦਾ ਦਵਾ ਰਿਹਾ। ਤੇ ਇੱਥੇ ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ ਜੀਵਨ ਵਿੱਚ ਦੁੱਖਾਂ ਦੀ ਨਦੀ ਵੀ ਬੜੀ ਲੰਮੀ ਵਗਦੀ ਹੈ। ਕੰਧੀ ਕੇਰਾ ਹੇਤ, ਕੰਧੀ ਕਹਿੰਦੇ ਆਪਾਂ ਆਲੇ ਦੁਆਲੇ ਦੇ ਜਿਹੜੇ ਕੰਢੇ ਹਨ ਉਹਨਾਂ ਨੂੰ ਕੇਰਦੀ ਹੈ, ਆਪਣੇ ਵਿੱਚ ਮਿਲਾਉਂਦੀ ਹੈ। ਯਾਨੀ ਕਿ ਦੁੱਖ ਜਿਹੜੇ ਨੇ ਨਾ, ਸਾਡੇ ਅੰਦਰ ਦੇ ਔਗਣ ਜਿਹੜੇ ਨੇ, ਸਾਡੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੇ ਨੇ, ਹਰ ਪਹਿਲੂ ਨੂੰ, ਸਾਡੇ ਜੀਵਨ ਦੇ ਹਰ ਕੋਨੇ ਤੇ ਇਫੈਕਟ ਪਾਉਂਦੇ ਨੇ। ਇਸ ਨੂੰ ਅੱਗੇ ਫਰਮਾ ਰਹੇ ਹਨ, ਬੇੜੇ ਨੂੰ ਕਪਰ ਕਿਆ ਕਰੇ, ਜਾਂ ਪਾਤਣ ਰਹਿ ਸੁਚੇਤ। ਪਾਤਣ, ਪਾਤਣੀ, ਮਲਾਹ, ਪੱਤਣ ਤੇ ਬੇੜੀ ਲਾਉਣ ਵਾਲਾ, ਉਹਨੂੰ ਮਲਾਹ ਕਹਿੰਦਾ। ਜੇ ਮਲਾਹ ਸੁਚੇਤ ਹੋਵੇ, ਸੁਚੇਤ ਮਲਾਹ ਦੇ ਚੇਤੇ ਵਿੱਚ ਹੋਵੇ ਪ੍ਰੋਬਲਮ, ਤੇ ਬੇੜੇ ਨੂੰ ਕੱਪਰ ਡੋਬ ਨਹੀਂ ਸਕਦਾ, ਪਾਣੀ ਦਾ ਵਹਾਅ ਆਪਣੇ ਨਾਲ ਉਲਝਾ ਕੇ ਖਤਮ ਨਹੀਂ ਕਰ ਸਕਦਾ। ਜੇ ਬੰਦਾ ਗੁਰੂ ਦੀ ਦ੍ਰਿਸ਼ਟੀ, ਗੁਰੂ ਦੀ ਸੁਰਤ ਵਿੱਚ ਆਪਣਾ ਥਾਂ ਬਣਾ ਲੈ, ਜਿੰਨਾ ਅਸੀਂ ਗੁਰੂ ਨੂੰ ਚੇਤੇ ਰੱਖਣਾ ਹੈ ਨਾ, ਗੁਰੂ ਨੂੰ ਚੇਤੇ ਕਰਨ ਦਾ ਭਾਵ ਹੈ ਤੁਸੀਂ ਗੁਰੂ ਦੇ ਖਾਤੇ ਵਿੱਚ ਪੈ ਗਏ। ਧਿਆਨ ਵਿੱਚ ਰੱਖੀਏ, ਜਿੰਨਾ ਮੈਂ ਗੁਰੂ ਨੂੰ ਚੇਤੇ ਕਰਦਾ, ਇਹਦਾ ਮਤਲਬ ਮੈਂ ਗੁਰੂ ਦੇ ਖਾਤੇ ਵਿੱਚ ਹਾਂ, ਗੁਰੂ ਦੇ ਧਿਆਨ 'ਚ ਹੈ ਵੀ ਆਹ ਵੀ ਇੱਕ ਬੰਦਾ ਹੈ ਜਿਹੜਾ ਮੈਨੂੰ ਫੋਲੋ ਕਰਦਾ ਹੈ, ਮੈਨੂੰ ਜੀਂਦਾ ਹੈ, ਤੇ ਇਹਨੂੰ ਬਚਾਉਣਾ ਮੇਰੀ ਡਿਊਟੀ ਹੈ, ਜ਼ਿੰਮੇਵਾਰੀ ਹੈ ਨਾ ਗੁਰੂ ਦੀ। ਗੁਰੂ ਜ਼ਿੰਮੇਵਾਰੀ ਚੁੱਕਦਾ, ਬਸ ਸ਼ਰਤੇ ਵੀ ਅਸੀਂ ਆਪਣੀ ਡੋਰ ਗੁਰੂ ਨੂੰ ਫੜਾਈ ਹੋਵੇ। ਤੇ ਸਤਿਗੁਰੂ ਜੀ ਇੱਥੇ ਫਰਮਾਨ ਕਰਦੇ ਨੇ, ਕਹਿਣ ਲੱਗੇ ਜੇ ਗੁਰੂ ਦੇ ਧਿਆਨ ਵਿੱਚ ਰਹੇ ਤੇ ਜੀਵਨ ਦਾ ਬੇੜਾ ਕਦੇ ਡੁੱਬ ਨਹੀਂ ਸਕਦਾ। ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਸਲੋਕਾਂ ਵਿੱਚ ਇਸੇ ਬਾਬਤ ਹੀ ਕਿਹਾ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਬੇੜੇ ਦੀਆਂ ਫੱਟੀਆਂ ਪਹਿਲਾਂ ਹੀ ਗਲੀਆਂ ਹੋਣ, ਫੱਟੇ ਗਲੇ ਹੋਣ, ਉਹਦੇ ਵਿੱਚ ਮੋਰੀਆਂ ਹੋਈਆਂ ਹੋਣ ਤੇ ਪਾਣੀ ਅੰਦਰ ਪੈਣ ਦੀ ਸੰਭਾਵਨਾ, ਤੇ ਬੰਦਾ ਉਹਦੇ 'ਚ ਪੱਥਰ ਲੱਦ ਲੈ, ਓਵਰਲੋਡ ਕਰ ਲੈ ਉਹਨੂੰ, ਜਿੰਨੀ ਉਹਦੀ ਕਪੈਸਿਟੀ ਨਹੀਂ ਉਹਨਾਂ ਭਾਰ ਲੱਦ ਲੈ, ਤੇ ਉਸ ਬੇੜੇ ਨੂੰ ਬਚਾ ਕੌਣ ਸਕਦਾ? ਫਿਰ ਇੱਕ ਜਗ੍ਹਾ ਤੇ ਮਹਾਰਾਜ ਨੇ ਇਹ ਵੀ ਕਿਹਾ, ਪਾਪ ਪੱਥਰ ਤਰਨ ਨਾ ਜਾਏ। ਬੰਦੇ ਨੂੰ ਆਪ ਨੂੰ ਤਰਨ ਦੀ ਜਾਚ ਨਾ ਹੋਵੇ ਤੇ ਉਹ ਆਪਣੇ ਨਾਲ ਪੱਥਰ ਬੰਨ੍ਹ ਲੈਣ, ਕਿੱਡੀ ਵੱਡੀ ਮੂਰਖਤਾਈ ਹੈ। ਭਲਾ ਤੇ ਆਪਣਾ ਕਰਨਾ ਔਖਾ ਹੋਇਆ ਪਿਆ ਹੈ, ਪਰ ਇੱਥੇ ਦੂਜਿਆਂ ਨੂੰ ਦੁਨੀਆ ਆਸ਼ੀਰਵਾਦ ਦੇ ਰਹੀ ਵੀ ਕੋਈ ਗੱਲ ਨਹੀਂ, ਮੈਂ ਤੈਨੂੰ ਪਾਪ ਲੱਗਣ ਨਹੀਂ ਦਿੰਦਾ। ਆਪਣੀ ਭਲੀ ਨਿਬੇੜਨ ਦੀ ਬਜਾਏ ਮਨੁੱਖ ਕਿੱਡੀਆਂ ਕਿੱਡੀਆਂ ਜ਼ਿੰਮੇਵਾਰੀਆਂ ਤੇ ਦਾਅਵੇ ਕਰ ਰਿਹਾ ਸੰਸਾਰ ਅੰਦਰ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਰਮਾਨ ਕਰਦੇ ਨੇ, ਹਜ਼ੂਰ ਨੇ ਆਖਿਆ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੂਢੇਂਦੀ ਨਾ ਲਹਾਂ, ਧੁਖਾਂ ਜਿਉਂ ਮਾਲੀ
ਕਾਰਣ ਤਿਨਾ ਮਾਪਿਰੀ। ਕਹਿੰਦੇ ਨੇ ਗੱਲਾਂ ਵਾਲੇ, ਜ਼ਬਾਨੀ ਕਲਾਮੀ ਤੁਹਾਡੇ ਸਹਿਯੋਗੀ ਤਾਂ ਵੀ ਹੋ ਸਕਦੇ ਨੇ। ਇੱਥੇ ਇਹ ਨਾ ਸਮਝਣਾ ਵੀ ਗੁਰੂ ਸਾਹਿਬ ਸੰਸਾਰ ਦੇ ਬਾਕੀ ਤੁਹਾਡੇ ਮਿੱਤਰਾਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਤੇ ਤੁਹਾਨੂੰ ਬੇਭਰੋਸਗੀ ਰੱਖਣ ਦੀ ਹਦਾਇਤ ਕਰ, ਐਸਾ ਕੁਝ ਨਹੀਂ। ਬੰਦਾ ਬੰਦੇ ਦਾ ਇਸ ਸੰਸਾਰ ਵਿੱਚ ਸਹਾਇਕ ਹੈ, ਰੱਬ ਤੋਂ ਬਾਅਦ ਪਹਿਲਾ ਮਾਲਕ ਹੈ, ਦੂਜਾ ਮਨੁੱਖ ਦਾ ਸਦੀਆਂ ਤੋਂ ਮਦਦਗਾਰ ਹੁੰਦਾ ਹੈ। ਦੁਖੀ ਵੀ ਬੰਦਾ ਹੀ ਬੰਦੇ ਨੂੰ ਕਰਦਾ ਤੇ ਮਦਦ ਵੀ ਬੰਦਾ ਹੀ ਬੰਦੇ ਦੀ ਕਰਦਾ। ਸਮਾਜ ਇਸ ਤਰ੍ਹਾਂ ਹੀ ਚੱਲਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਇੱਥੇ ਇਹ ਫਰਮਾਇਆ ਵੀ ਜਿਹੜੀਆਂ ਆਤਮਿਕ ਮਾਨਸਿਕ ਤਕਲੀਫਾਂ ਅਸੀਂ ਭੋਗਦੇ ਹਾਂ ਨਾ, ਉਹ ਜਿਹੜੀਆਂ ਆਤਮਿਕ ਮਾਨਸਿਕ ਤਕਲੀਫਾਂ ਸਾਡੇ ਵਿੱਚ ਨੇ, ਉਹਨਾਂ ਨੂੰ ਦੂਰ ਕਰਨ ਵਾਲਾ ਕੋਈ ਸੱਜਣ ਐਸਾ ਨਹੀਂ ਜਿਹੜਾ ਤੁਹਾਨੂੰ ਤੁਹਾਡੇ ਅੰਦਰ ਦੇ ਦੁੱਖ ਖਿੱਚ ਕੇ ਤੁਹਾਡੇ ਅੰਦਰੋਂ ਕੱਢ ਕੇ ਬਾਹਰ ਸੁੱਟ ਦੇ। ਗੱਲਾਂ ਵਾਲੇ ਵੀ ਹੋ ਸਕਦੇ ਨੇ, ਗੱਲੀ ਸੋ ਸੱਜਣ ਵੀ ਇੱਕ ਟੂੜੇਂਦੀ ਨਾਲ ਹਾਂ। ਤੇ ਜਿਸ ਵੇਲੇ ਮੈਂ ਖੋਜ ਕਰਾਂ, ਪੜਤਾਲ ਕਰਾਂ ਵੀ ਕੌਣ ਹੈ ਐਸਾ ਜਿਹੜਾ ਸਹੀ ਅਰਥਾਂ ਵਿੱਚ ਮੇਰਾ ਸੱਜਣ ਹੋਵੇ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਈ। ਹਉ ਟੂੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਜਿਨ੍ਹਾਂ ਦੀ ਸੋਬਤ ਸੰਗਤ ਸਾਡੀ ਦੁਰਮਤ ਸਾਡੇ ਔਗਣ ਕੱਟਦਾ, ਸਾਡਾ ਜੀਵਨ ਉਜਲਾ ਕਰਦਾ, ਐਸਾ ਸੱਜਣ, ਐਸਾ ਮਿੱਤਰ ਕੌਣ ਹੈ ਜਗਤ ਵਿੱਚ? ਬਾਕੀ ਤੇ ਸੰਸਾਰ ਦੇ ਅੰਦਰ ਬਹੁਤ ਮਿੱਤਰ ਹੋ ਸਕਦੇ ਨੇ, ਬੜੇ ਦੋਸਤ ਹੋ ਸਕਦੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਕਿਹਾ ਸੂਹੀ ਰਾਗ ਵਿੱਚ, ਔਰ ਸਾਡੇ ਜਨਮ ਸਾਖੀਆਂ ਵਿੱਚ ਇਹ ਅੰਕਿਤ ਹੈ ਵੀ ਇਹ ਸ਼ਬਦ ਮਹਾਰਾਜ ਨੇ ਤੁਲੰਬੇ ਪਿੰਡ ਵਿੱਚ ਉਚਾਰਨ ਕੀਤਾ। ਖੈਰ ਕੁਝ ਵੀ ਹੈ, ਸਤਿਗੁਰੂ ਨੇ ਉਪਦੇਸ਼ ਉੱਥੇ ਦਿੱਤਾ। ਕਿਹਨੂੰ? ਸੱਜਣ ਨੂੰ, ਜਿਸ ਨੂੰ ਤਾਰੀਖ ਵਿੱਚ ਸੱਜਣ ਠੱਗ ਕਰਕੇ ਜਾਣਿਆ ਜਾਂਦਾ ਸੀ, ਠੱਗੀਆਂ ਮਾਰਦਾ ਸੀ। ਵੈਸੇ ਵੀ ਦੁਨੀਆ 'ਚ ਚੋਰ ਭਾਵੇਂ ਫੜਿਆ ਜਾਏ, ਠੱਗ ਨੂੰ ਫੜਨਾ ਬਹੁਤ ਡਿਫੀਕਲਟ ਹੁੰਦਾ ਹੈ, ਕਿਉਂਕਿ ਉਹਨੂੰ ਰਾਤ ਦਾ ਹਨੇਰਾ ਨਹੀਂ ਚਾਹੀਦਾ, ਤੁਹਾਡੀ ਬੇਧਿਆਨੀ ਨਹੀਂ ਚਾਹੀਦੀ। ਉਹ ਤਾਂ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਤੇ ਰਫੂ ਚੱਕਰ ਹੋ ਜਾਂਦਾ। ਤੁਹਾਨੂੰ ਜਿੰਨੀ ਇੱਕ ਬੰਦੇ ਨੂੰ ਸੋਝੀ ਹੋਵੇ, ਕਈਆਂ ਨੂੰ ਪਹਿਲੋਂ ਸੁੱਝ ਜਾਏ ਤੇ ਬਚ ਜਾਂਦੇ ਨੇ, ਕਈਆਂ ਨੂੰ ਲੁੱਟੇ ਜਾਣ ਤੋਂ ਬਾਅਦ ਤੇ ਕਈਆਂ ਨੂੰ ਲੱਗਦਾ ਹੀ ਨਹੀਂ। ਉਹ ਸਾਰੀ ਉਮਰ ਇਸ ਭੁਲੇਖੇ 'ਚ ਹੀ ਰਹਿੰਦੇ ਨੇ ਵੀ ਸਾਡੇ ਵੱਲੋਂ ਸੇਵਾ ਹੋਈ ਹੈ, ਅਸੀਂ ਭਲਾ ਹੀ ਕੀਤਾ ਹੈ। ਇਹ ਤਾਂ ਮਨੁੱਖ ਦਾ ਲੈਵਲ ਹੈ ਨਾ ਅੰਦਰੋਂ। ਇਸੇ ਕਰਕੇ ਸੱਜਣ, ਵੇਖੋ ਭੂਮੀਏ ਨਾਲ ਚੋਰ ਸ਼ਬਦ ਜੁੜਿਆ ਤਾਰੀਖ ਵਿੱਚ, ਤੇ ਸੱਜਣ ਨਾਲ ਠੱਗ ਸ਼ਬਦ ਜੁੜਿਆ। ਇੱਕ ਪਾਸੇ ਹੁਣ ਲਿਖਣ ਵਾਲਿਆਂ ਦੀਆਂ ਲਿਖਤਾਂ ਨੇ, ਉਹ ਕਹਿੰਦੇ ਬੜੀ ਵੱਡੀ ਸਰਾਂ ਵੀ ਬਣਾਈ ਹੈ, ਧਰਮ ਸਥਾਨ ਵੀ ਬਣਾਏ ਨੇ। ਮੁਸਲਮਾਨ ਸਤਿਕਾਰ ਨਾਲ ਉਹਨੂੰ ਸ਼ੇਖ ਸੱਜਣ ਕਹਿੰਦੇ ਸਨ। ਜਿਹੜਾ ਬੰਦਾ ਹਰਮਨ ਪਿਆਰਾ ਹੋ ਜਾਏ, ਉਹਦੇ ਨਾਂ ਵੀ ਆਪਣੇ ਆਪਣੇ ਹਿਸਾਬ ਨਾਲ ਲੋਕ ਤੈਅ ਕਰ ਲੈਂਦੇ ਨੇ। ਤੇ 2% ਨੂੰ ਸ਼ਹਿਰ ਦੇ ਵਾਸੀਆਂ 'ਚੋਂ 2% ਵੀ ਜ਼ਿਆਦਾ ਹੁੰਦੇ ਨੇ, ਉਹਨਾਂ ਨੂੰ ਪਤਾ ਹੋਏਗਾ ਵੀ ਇਹ ਬੰਦਾ ਠੱਗੀਆਂ ਮਾਰਦਾ, ਤੇ ਉਹਨਾਂ 'ਚੋਂ ਵੀ 0.5% ਹੀ ਹੁੰਦੇ ਨੇ ਜਿਹੜੇ ਇੱਧਰ ਉੱਧਰ ਗੱਲ ਕਰ। ਬਾਕੀ ਕਹਿੰਦੇ ਜੇ ਇੰਨੀ ਦੁਨੀਆ ਸਾਹਮਣੇ ਅਸੀਂ ਗੱਲ ਕਰਾਂਗੇ, ਅਗਲੇ ਆਖਣਗੇ ਸਬੂਤ ਲਿਆਓ। ਇੰਨੇ ਲੋਕਾਂ ਨੂੰ, ਅੰਨਿਆਂ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ। ਐਵੇਂ ਬੁਰੇ ਬਣਾਂਗੇ, ਚੁੱਪ ਕਰ ਰਹੋ, ਆਪ ਬਚੋ, ਦੁਨੀਆ ਨੂੰ ਰਹਿਣ ਦਿਓ ਜਿਸ ਤਰ੍ਹਾਂ ਦੀ ਹੈ। ਗੁਰੂ ਸਾਹਿਬ ਜੀ, ਗੁਰੂ ਨਾਨਕ ਮਹਾਰਾਜ ਉੱਥੇ ਕੀ ਲੈਣ ਗਏ? ਇਲਾਜ ਕਰਨ, ਯਤਨ ਤਾਂ ਕਰੀਏ। ਪਾਤਸ਼ਾਹ ਨੇ ਉੱਥੇ ਜਾ ਕੇ ਜੋ ਵਾਕ ਕਿਹਾ, ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸ਼੍ਰੀ ਹਜ਼ੂਰ ਨੇ ਕਿਹਾ ਤੇਰਾ ਨਾਂ ਬੜਾ ਵਧੀਆ ਹੈ। ਜਦੋਂ ਕੋਈ ਸੱਜਣ ਆਉਂਦਾ ਹੈ ਤੇ ਆਪਣੱਤ ਜਾਗਦੀ ਹੈ ਮਨ 'ਚ। ਆਪਾਂ ਕਹਿੰਦੇ ਮੇਰਾ ਸੱਜਣ। ਸੱਜਣ ਸ਼ਬਦ ਸੁਰਜਨ ਤੋਂ ਬਣਿਆ, ਨੇਕ ਬਖਤ ਆਦਮੀ, ਜਿਹੜਾ ਤੁਹਾਡੀ ਭਲਾਈ ਲੋਚਦਾ ਹੋਵੇ, ਉਹਨੂੰ ਆਪਾਂ ਸੱਜਣ ਕਹਿੰਦੇ ਹਾਂ। ਇਹ ਨਹੀਂ ਵੀ ਜਿਹੜਾ ਤੁਹਾਡਾ ਬੁਰਾ ਲੋਚੇ ਤੇ ਤੁਹਾਨੂੰ ਕਹੀ ਵੀ ਜਾਏ ਵੀ ਮੈਂ ਇਹਦਾ ਸੱਜਣ, ਐਸਾ ਨਹੀਂ, ਉਹ ਤੇ ਦੁਸ਼ਮਣ ਹੈ। ਸੱਜਣ ਦਾ ਮਤਲਬ ਹੈ ਜਿਹੜਾ ਤੁਹਾਡਾ ਭਲਾ ਵੀ ਲੋਚਦਾ ਹੈ, ਤੁਹਾਡਾ ਫਾਇਦਾ ਲੋਚਦਾ ਹੈ, ਤੁਹਾਡੀ ਤਕਲੀਫ ਤੇ ਦੁੱਖ ਦੇ ਵਿੱਚ ਸਾਥੀ ਬਣਦਾ ਹੈ, ਉਹ ਸੱਜਣ ਹੈ। ਮਹਾਰਾਜ ਨੇ ਆਖਿਆ ਕਿੱਡਾ ਆਪਣੱਤ ਭਰਿਆ, ਪ੍ਰੇਮ ਭਰਿਆ ਨਾਂ ਹੈ, ਮੋਹ ਭਰਿਆ ਨਾਂ ਹੈ। ਪਰ ਅਸਲ ਸੱਜਣ ਉਹ ਹੁੰਦੇ ਨੇ ਜਿਹੜੇ ਔਖੇ ਵੇਲੇ ਕਿਸੇ ਦਾ ਸਾਥ ਦੇਣ, ਦੂਜਿਆਂ ਨੂੰ ਔਖਿਆਈ 'ਚ ਪਾ ਦੇਣ ਵਾਲੇ ਤਾਂ ਦੁਸ਼ਮਣ ਹੀ ਹੋ ਸਕਦੇ ਨੇ, ਸੱਜਣ ਥੋੜ੍ਹੀ ਹੋ ਸਕਦੇ ਨੇ। ਤਾਂ ਸਤਿਗੁਰੂ ਮਹਾਰਾਜ ਨੇ ਕੁਝ ਐਸਾ ਭਾਵ, ਸੱਜਣ ਸੋ ਜੇ ਰਾਸ, ਮਿੱਠਾ ਸੋ ਜੇ ਭਾਮਦਾ, ਸੱਜਣ ਸੋ ਜੇ ਰਾਸ। ਤਾਂ ਸਤਿਗੁਰੂ ਨੇ ਇੱਥੇ ਫਰਮਾਇਆ ਹੈ
ਕਹਿਣ ਲੱਗੇ ਤੁਹਾਂ ਜਿਉਂ ਮਾਲੀ, ਇਹਨੂੰ ਪੰਜਾਬੀ 'ਚ ਬੋਲਿਆ ਜਾਂਦਾ ਮਿਲੀ ਬਾਲਣੀ। ਪੁਰਾਣੇ ਸਮੇਂ ਵਿੱਚ ਅੱਗ ਸਾਂਭੀ ਜਾਂਦੀ ਸੀ ਚੁੱਲ੍ਹਿਆਂ ਦੇ ਵਿੱਚ, ਮਾਈਆਂ ਸਾਂਭਦੀਆਂ ਸਨ, ਉਹਨੂੰ ਅੱਗ ਦੱਬਣਾ ਵੀ ਕਹਿੰਦੇ ਸਨ। ਰਾਤ ਦੇ ਸਮੇਂ ਪ੍ਰਸ਼ਾਦਾ ਪਾਣੀ ਰਸੋਈ ਦਾ ਕੰਮ ਕਰਕੇ, ਚੌਂਕੇ ਚੁੱਲ੍ਹੇ ਦਾ ਕੰਮ ਕਰਕੇ ਤੇ ਚੁੱਲ੍ਹੇ ਵਿੱਚ ਅੱਗ ਨੱਪ ਦੇਣੀ, ਇਹ ਵੀ ਇੱਕ ਹੁਨਰ ਹੈ। ਕਿਉਂਕਿ ਡੱਬੀਆਂ ਦਾ ਚੱਲਣ ਬਹੁਤ ਘੱਟ ਹੁੰਦਾ ਸੀ, ਤੀਲਾਂ ਵਾਲੀਆਂ ਡੱਬੀਆਂ, ਹੁਣ ਤਾਂ ਲਾਈਟਰ ਆ ਗਏ, ਬਹੁਤ ਕੁਝ ਅੱਗੇ ਚਲਾ ਗਿਆ। ਉਹਨਾਂ ਸਮਿਆਂ ਦੇ ਵਿੱਚ ਸਿੱਲਾ ਜਿਹਾ ਗੋਹਾ ਜਿਹੜਾ ਸੀ ਨਾ, ਉਹਨੂੰ ਨੱਪ ਦੇਣਾ ਜਾਂ ਉਹਦੇ ਉੱਤੇ ਉਹਦੇ ਉੱਤੇ ਗੋਹੇ ਰੱਖ ਕੇ ਤੇ ਉਹਦੇ ਉੱਤੇ ਸਵਾਹ ਪਾ ਦੇਣੀ, ਉਹਨੇ ਵਿੱਚ ਧੁਖਦੇ ਰਹਿਣਾ ਤੇ ਸਵੇਰੇ ਉਹਦੇ ਉੱਤੇ ਹੀ ਬਾਲਣ ਰੱਖ ਕੇ ਤੇ ਦੁਬਾਰਾ ਅੱਗ ਨੂੰ ਪ੍ਰਗਟ ਕਰ ਲੈਣਾ। ਉਹਨੂੰ ਮਿਲੀ ਕਹਿੰਦੇ ਸਨ। ਦੁੱਧ ਕਾੜਨਾ ਰੱਖੀਦਾ ਸੀ ਨਾ, ਤੇ ਉਹਦੇ ਵਿੱਚ ਵੀ ਮਿਲੀ ਬਾੜੀ ਦੀ, ਅੱਗ ਨਹੀਂ ਸੀ ਬਾਲੀ ਦੀ, ਮਿਲੀ ਬਾੜੀ ਦੀ ਸੀ। ਧੁਖਦੀ ਰਵੇ ਥੋੜ੍ਹੀ ਥੋੜ੍ਹੀ ਤੇ ਦੁੱਧ ਕੱਢਦਾ ਰਵੇ। ਇੱਕਦਮ ਅੱਗ ਬੜੀ ਤੇ ਬੰਦ ਹੋ ਜਾਏਗੀ, ਬੁਝ ਜਾਏਗੀ। ਉਹਨੂੰ ਮਿਲੀ ਬਾਲਣਾ ਕਹਿੰਦੇ ਸਨ। ਉਹ ਧੁਖਦੀ ਰਹਿਣੀ, ਸਾਰਾ ਦਿਨ ਧੁਖਦੀ ਰਹਿਣੀ, ਧੁਖਦੀ ਰਹਿਣੀ। ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਮਿਲੀ ਵਾਂਗੂ ਧੁਖਦਾ ਹੈ ਅੰਦਰ। ਇਹ ਨਹੀਂ ਵੀ ਅੱਗ ਲੱਗੀ ਤੇ ਬੁਝ ਗਈ ਤੇ ਜਾਨ ਛੁੱਟ ਗਈ, ਨਹੀਂ। ਤਕਲੀਫ ਅੰਦਰ ਮਿਲੀ ਵਾਂਗ ਬੜੀ ਤੁਰੀ ਜਾਂਦੀ ਹੈ, ਨਾ ਬੁਝਦੀ ਹੈ ਤੇ ਨਾ ਜਾਨ ਛੁੱਟਦੀ ਹੈ। ਤੇ ਇਹਦਾ ਪਾਰਾਵਾਰ ਕੋਈ ਨਹੀਂ, ਅੰਤ ਕੋਈ ਨਹੀਂ। ਤੁਖਾਂ ਜਿਉਂ ਮਾਲੀ, ਕਾਰਨ ਤਿੰਨਾ ਮਾਂ ਪੇਰੀ। ਤੇ ਉਮੀਦ ਕਰਦਾ ਹਾਂ, ਮਾਂ ਨਹੀਂ, ਮਾਂ ਮਤਲਬ ਮੇਰਾ, ਪੀਰੀ ਦਾ ਮਤਲਬ ਹੈ ਮੇਰਾ ਪਿਰ, ਮੇਰਾ ਪਿਆਰਾ। ਕੋਈ ਮੇਰੇ ਪਰਮੇਸ਼ਰ ਦਾ ਪਿਆਰਾ, ਕੋਈ ਨੇਕ, ਕੋਈ ਧਰਮੀ, ਕੋਈ ਸਤਿਪੁਰਸ਼ ਐਸਾ ਹੋਵੇ ਜਿਹੜਾ ਮੇਰੇ ਅੰਦਰ ਦੀ ਇਸ ਤਕਲੀਫ ਨੂੰ ਵੀ ਸਮਝੇ। ਨਹੀਂ ਤਾਂ ਗੱਲਾਂ ਵਾਲੇ ਤੇ ਬਹੁਤ ਸੱਜਣ ਹਨ, ਪਰ ਜਿਸ ਵੇਲੇ ਮੈਂ ਖੋਜਦਾ ਹਾਂ, ਨਿਹਾਰਦਾ, ਭੱਟ ਸਾਹਿਬਾਨਾਂ ਦਾ ਸਵਈਆ ਕਹਿ ਕੇ ਸਮਾਪਤੀ ਕਰਦਾ ਹਾਂ। ਰਹਿਓ ਸੰਤ ਹੋਂ ਟੋੜ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਏ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਹਿਨੈ ਨਾ ਪਰਚਉ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋਂ ਕਿਆ ਕਹੋਂ, ਗੁਰ ਦਈ ਮਿਲਾਇਓ ਭਿਖਿਆ ਜਿਮ ਤੂੰ ਰੱਖੈਂ ਤਿਵ ਰਹੂੰ। ਉਹ ਕਹਿੰਦੇ ਨੇ ਅਸੀਂ ਬਹੁਤ ਖੋਜਿਆ, 1 ਸਾਲ ਤਕਰੀਬਨ ਇਸੇ ਖੋਜ ਭਾਲ ਵਿੱਚ ਆਪਣਾ ਵਕਤ ਲਾਇਆ। ਬਰਸ ਏਕ ਹੋਂ ਫਿਰਿਓ, ਪਰ ਅਖੀਰ ਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਹਨਾਂ ਨੇ ਕਿਹਾ ਜਿਮ ਤੂੰ ਰੱਖੈਂ ਤਿਵ ਰਹੂੰ। ਸਰੈਂਡਰ ਕੀਤਾ, ਸਮਰਪਿਤ ਹੋਏ। ਆਖਿਆ ਇਹ ਅਸਲ ਦਰ ਹੈ, ਅਸਲ ਮਿੱਤਰ ਸਾਨੂੰ ਹੁਣ ਮਿਲਿਆ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਸਤਿਗੁਰੂ ਬਖਸ਼ਿਸ਼ ਕਰਨ। ਅਗਲੇ ਸ਼ਲੋਕਾਂ ਦੇ ਵਿਚਾਰ ਅਗਲੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।